ਅੱਜ ਮੇਰੇ ਵਿਆਹ ਦੀ ਪਹਿਲੀ ਰਾਤ ਸੀ ਅਤੇ ਮੇਰੇ ਸਾਹਮਣੇ ਬੈਠੀ ਮੇਰੀ ਦੁਲਹਨ ਮੇਰਾ ਪਿਆਰ ਸੀ। ਸਾਡੀ ਦੋਹਾਂ ਦੀ ਲਵ ਮੈਰਿਜ ਹੋਈ ਸੀ, ਪਰ ਵਿਆਹ ਦੀ ਪਹਿਲੀ ਰਾਤ ਜੋ ਸੱਚਾਈ ਉਸਨੇ ਮੈਨੂੰ ਦੱਸੀ, ਉਸ ਨੂੰ ਸੁਣ ਕੇ ਮੈਂ ਹੈਰਾਨ ਰਹਿ ਗਿਆ। ਉਸਨੇ ਕਿਹਾ, ਪਲੀਜ਼ ਅਰਮਾਨ, ਮੇਰੇ ਨੇੜੇ ਨਾ ਆਓ। ਮੈਂ ਦੁਲਹਨ ਤੁਹਾਡੀ ਹਾਂ, ਪਰ ਅਮਾਨਤ ਕਿਸੇ ਹੋਰ ਦੀ ਹਾਂ। ਮੈਂ ਤੁਹਾਡੇ ਨਾਲ ਝੂਠ ਬੋਲ ਕੇ ਵਿਆਹ ਕੀਤਾ ਹੈ, ਆਪਣਾ ਸੱਚਾ ਪਿਆਰ ਪਾਉਣ ਦੇ ਲਈ। ਅਤੇ ਮੈਂ ਹੈਰਾਨੀ ਨਾਲ ਉਸਦਾ ਮੂੰਹ ਦੇਖ ਰਿਹਾ ਸੀ। ਗੁੱਸੇ ਦੇ ਮਾਰੇ ਮੇਰਾ ਬੁਰਾ ਹਾਲ ਸੀ। ਮੈਂ ਉਸਨੂੰ ਬਾਹਾਂ ਤੋਂ ਫੜ ਕੇ ਝੰਜੋੜ ਦਿੱਤਾ ਸੀ। ਮੈਂ ਉਸਨੂੰ ਗੁੱਸੇ ਨਾਲ ਕਿਹਾ ਕਿ ਆਪਣੇ ਦਿਮਾਗ ਦੇ ਵਿੱਚੋਂ ਇਹ ਸਾਰੀਆਂ ਫਜ਼ੂਲ ਗੱਲਾਂ ਕੱਢ ਦਿਓ। ਹੁਣ ਤੁਸੀਂ ਮੇਰੀ ਪਤਨੀ ਹੋ ਅਤੇ ਅੱਜ ਵਿਆਹ ਦੀ ਪਹਿਲੀ ਰਾਤ ਹੈ। ਇਸ ਖੇਡ ਦੀ ਸ਼ੁਰੂਆਤ ਤੁਸੀਂ ਕੀਤੀ ਸੀ ਅਤੇ ਅੰਤ ਮੈਂ ਕਰਾਂਗਾ। ਆਪਣੇ ਸਾਰੇ ਹੱਕ ਤੁਹਾਡੇ ਤੋਂ ਵਸੂਲ ਕਰਾਂਗਾ। ਤੁਸੀਂ ਕਿਵੇਂ ਸੋਚ ਲਿਆ ਕਿ ਇਹ ਸਭ ਕੁਝ ਇੰਨੀ ਆਸਾਨੀ ਦੇ ਨਾਲ ਖਤਮ ਹੋ ਜਾਵੇਗਾ? ਮੇਰੀਆਂ ਅੱਖਾਂ ਦੇ ਵਿੱਚ ਗੁੱਸਾ ਸੀ। ਮੈਂ ਆਪਣੇ ਸ਼ਰਟ ਦੇ ਬਟਨ ਖੋਲੇ ਅਤੇ ਇੱਕ ਝਟਕੇ ਦੇ ਨਾਲ ਰਵੀਨਾ ਨੂੰ ਆਪਣੇ ਵੱਲ ਖਿੱਚ ਲਿਆ ਅਤੇ ਫਿਰ ਮੈਂ ਉਸ ਦੇ ਨਾਲ। ਅੱਜ ਸ਼ਾਪਿੰਗ ਮਾਲ ਦੇ ਵਿੱਚ ਇੱਕ ਲੜਕੀ ਮੇਰੇ ਨਾਲ ਟਕਰਾ ਗਈ ਸੀ। ਉਸਨੇ ਚਿਹਰੇ ਤੇ ਨਕਾਬ ਪਾ ਰੱਖਿਆ ਸੀ, ਪਰ ਉਸ ਦੀਆਂ ਵੱਡੀਆਂ ਵੱਡੀਆਂ ਨੀਲੀਆਂ ਅੱਖਾਂ ਦੇ ਵਿੱਚੋਂ ਡਰ ਸਾਫ਼ ਦਿਖਾਈ ਦੇ ਰਿਹਾ ਸੀ। ਮੈਂ ਅਜੇ ਕੁਝ ਸਮਝ ਵੀ ਨਹੀਂ ਸਕਿਆ ਸੀ ਕਿ ਇੱਕਦਮ ਇੱਕ ਆਦਮੀ ਉਸ ਲੜਕੀ ਦੀ ਬਾਂਹ ਫੜ ਕੇ ਖਿੱਚਣ ਲੱਗਿਆ ਅਤੇ ਉਹ ਘਬਰਾ ਕੇ ਕਹਿਣ ਲੱਗੀ ਕਿ ਇਹ ਉਹੀ ਲੜਕਾ ਹੈ ਜਿਸ ਨੂੰ ਮੈਂ ਪਿਆਰ ਕਰਦੀ ਹਾਂ ਅਤੇ ਮੈਂ ਇਸ ਦੇ ਨਾਲ ਹੀ ਵਿਆਹ ਕਰਾਂਗੀ। ਉਸ ਲੜਕੀ ਦੀ ਗੱਲ ਸੁਣ ਕੇ ਮੈਂ ਤਾਂ ਹੈਰਾਨ ਰਹਿ ਗਿਆ ਸੀ। ਮੈਂ ਕਦੋਂ ਉਸ ਲੜਕੀ ਦੇ ਨਾਲ ਪਿਆਰ ਦੇ ਵਾਅਦੇ ਕੀਤੇ ਸਨ, ਜੋ ਇਸ ਤਰ੍ਹਾਂ ਉਹ ਮੈਨੂੰ ਭਰੇ ਬਾਜ਼ਾਰ ਦੇ ਵਿੱਚ ਆਪਣਾ ਆਸ਼ਕ ਦੱਸ ਕੇ ਮੇਰੇ ਨਾਲ ਵਿਆਹ ਕਰਨ ਦੀ ਗੱਲ ਕਰ ਰਹੀ ਸੀ। ਅੱਜ ਤੱਕ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਲੜਕੀ ਨਹੀਂ ਆਈ ਸੀ, ਕਿਉਂਕਿ ਮੈਨੂੰ ਮੇਰੇ ਪਸੰਦ ਦੀ ਕੋਈ ਲੜਕੀ ਅੱਜ ਤੱਕ ਮਿਲੀ ਹੀ ਨਹੀਂ ਸੀ। ਫਿਰ ਇਹ ਲੜਕੀ ਕੌਣ ਸੀ? ਮੈਂ ਹੈਰਾਨੀ ਦੇ ਨਾਲ ਉਸ ਨੂੰ ਦੇਖ ਰਿਹਾ ਸੀ। ਅਗਲੇ ਹੀ ਪਲ ਉਸ ਲੜਕੀ ਨੇ ਆਪਣੇ ਚਿਹਰੇ ਤੋਂ ਨਕਾਬ ਹਟਾਇਆ ਅਤੇ ਆਪਣੇ ਬੁੱਲ ਮੇਰੇ ਬੁੱਲਾਂ ਦੇ ਨੇੜੇ ਲੈ ਕੇ ਆਈ। ਉਸਨੇ ਅਜਿਹੀ ਹਰਕਤ ਕੀਤੀ ਕਿ ਮੇਰਾ ਪੂਰਾ ਸਰੀਰ ਕੰਬ ਗਿਆ ਸੀ। ਉਸਨੇ ਤਾਂ ਮੇਰੇ ਨਾਲ। ਮੌਸਮ ਬਦਲ ਰਿਹਾ ਸੀ। ਅੱਜ ਹਵਾ ਦੇ ਵਿੱਚ ਵੀ ਠੰਡਕ ਸੀ ਅਤੇ ਪੂਰੇ ਸ਼ਹਿਰ ਤੇ ਬੱਦਲ ਛਾਏ ਹੋਏ ਸਨ। ਮੈਂ ਇਸ ਸਮੇਂ ਆਪਣੇ ਦੋਸਤਾਂ ਦੇ ਨਾਲ ਸ਼ਾਪਿੰਗ ਕਰਨ ਦੇ ਲਈ ਨਿਕਲਿਆ ਸੀ, ਕਿਉਂਕਿ ਮੇਰੇ ਇੱਕ ਦੋਸਤ ਦਾ ਵਿਆਹ ਬਹੁਤ ਨੇੜੇ ਸੀ ਅਤੇ ਉਸ ਦੇ ਵਿਆਹ ਦੀ ਸਾਰੀ ਸ਼ਾਪਿੰਗ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਸੀ। ਇਸ ਕਰਕੇ ਅਸੀਂ ਅੱਜ ਸ਼ਹਿਰ ਦੇ ਇੱਕ ਫੇਮਸ ਮਾਲ ਦੇ ਵਿੱਚ ਸ਼ਾਪਿੰਗ ਕਰਨ ਦੇ ਲਈ ਆਏ ਸੀ। ਕੱਪੜਿਆਂ ਦੀ ਸ਼ਾਪਿੰਗ ਕਰਦੇ ਸਮੇਂ ਸਾਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਿਆ। ਅਸੀਂ ਸਾਰੇ ਦੋਸਤ ਇੱਕ ਦੂਜੇ ਦੇ ਨਾਲ ਬਹੁਤ ਖੁਸ਼ ਸੀ। ਜਦੋਂ ਮੈਂ ਇੱਕ ਕੱਪੜੇ ਦੀ ਦੁਕਾਨ ਤੋਂ ਬਾਹਰ ਨਿਕਲਿਆ ਤਾਂ ਉਸ ਸਮੇਂ ਹੀ ਅਚਾਨਕ ਇੱਕ ਲੜਕੀ ਮੇਰੇ ਨਾਲ ਟਕਰਾ ਗਈ। ਇਸ ਤੋਂ ਪਹਿਲਾਂ ਕਿ ਉਹ ਲੜਕੀ ਜ਼ਮੀਨ ਤੇ ਡਿੱਗ ਜਾਂਦੀ, ਮੈਂ ਉਸ ਨੂੰ ਆਪਣੇ ਹੱਥਾਂ ਦੇ ਵਿੱਚ ਸੰਭਾਲ ਲਿਆ ਸੀ। ਮੈਂ ਘਬਰਾਏ ਹੋਏ ਅੰਦਾਜ਼ ਦੇ ਵਿੱਚ ਕਿਹਾ, ਮੈਂ ਮਾਫੀ ਚਾਹੁੰਦਾ ਹਾਂ, ਮੈਂ ਤੁਹਾਨੂੰ ਦੇਖਿਆ ਨਹੀਂ। ਪਰ ਉਹ ਲੜਕੀ ਇੱਕਦਮ ਤੋਂ ਮੇਰੀ ਬਾਂਹ ਫੜ ਕੇ ਖੜੀ ਹੋ ਗਈ ਅਤੇ ਮੈਂ ਆਪਣੀ ਜਗ੍ਹਾ ਤੇ ਖੜਾ ਰਹਿ ਗਿਆ। ਤਾਂ ਉਸਨੇ ਸਾਹਮਣੇ ਦੇਖਦੇ ਹੋਏ ਕਿਹਾ ਕਿ ਇਹੀ ਹੈ ਉਹ ਲੜਕਾ ਜਿਸ ਦੇ ਨਾਲ ਮੈਂ ਵਿਆਹ ਕਰਨਾ ਹੈ ਅਤੇ ਮੈਂ ਇਸ ਲੜਕੇ ਦੇ ਨਾਲ ਹੀ ਪਿਆਰ ਕਰਦੀ ਹਾਂ। ਉਹਦੇ ਸਾਹਮਣੇ ਇੱਕ ਆਦਮੀ ਖੜਾ ਸੀ ਜੋ ਗੁੱਸੇ ਨਾਲ ਉਸ ਨੂੰ ਘੂਰ ਰਿਹਾ ਸੀ। ਉਸ ਨੂੰ ਆਪਣੇ ਵੱਲ ਖਿੱਚਣ ਲੱਗਿਆ, ਕਹਿਣ ਲੱਗਿਆ, ਰਵੀਨਾ, ਹੁਣ ਬਕਵਾਸ ਕਰਨ ਦੀ ਜ਼ਰੂਰਤ ਨਹੀਂ ਹੈ, ਹੁਣੇ ਹੀ ਘਰ ਚਲੋ। ਪਰ ਉਹ ਲੜਕੀ ਮੇਰਾ ਹੱਥ ਛੱਡਣ ਦੇ ਲਈ ਤਿਆਰ ਨਹੀਂ ਸੀ। ਕਹਿਣ ਲੱਗੀ, ਜੇਕਰ ਤੁਸੀਂ ਮੇਰਾ ਵਿਆਹ ਇਸ ਲੜਕੇ ਦੇ ਨਾਲ ਨਾ ਕੀਤਾ ਤਾਂ ਮੈਂ ਮਰ ਜਾਵਾਂਗੀ। ਇਹ ਵੀ ਮੇਰੇ ਨਾਲ ਬਹੁਤ ਪਿਆਰ ਕਰਦਾ ਹੈ। ਅਸੀਂ ਦੋਵੇਂ ਸਿਰਫ ਤੇ ਸਿਰਫ ਇੱਕ ਦੂਜੇ ਲਈ ਹੀ ਬਣੇ ਹਾਂ। ਮੈਂ ਇਸ ਪੂਰੀ ਗੱਲ ਨੂੰ ਸੁਣ ਕੇ ਹੈਰਾਨ ਰਹਿ ਗਿਆ। ਮੈਂ ਤਾਂ ਉਸ ਲੜਕੀ ਨੂੰ ਜਾਣਦਾ ਵੀ ਨਹੀਂ ਸੀ। ਪਤਾ ਨਹੀਂ ਉਹ ਕੌਣ ਸੀ, ਕਿੱਥੋਂ ਆਈ ਸੀ ਅਤੇ ਕਿਉਂ ਇੰਨੀ ਵੱਡੀ ਗੱਲ ਕਹਿ ਰਹੀ ਸੀ। ਆਖਰਕਾਰ ਉਹ ਆਦਮੀ ਕੌਣ ਸੀ ਜੋ ਉਸ ਨੂੰ ਇਸ ਤਰ੍ਹਾਂ ਖਿੱਚ ਰਿਹਾ ਸੀ? ਉਸ ਦੀ ਗੱਲ ਸੁਣ ਕੇ ਉਹ ਉਸ ਨੂੰ ਗੁੱਸੇ ਨਾਲ ਘੂਰਨ ਲੱਗਿਆ ਤੇ ਕਹਿਣ ਲੱਗਿਆ, ਰਵੀਨਾ, ਤੂੰ ਬਹੁਤ ਵੱਡੀ ਗਲਤੀ ਕਰ ਰਹੀ ਹੈ। ਤੁਸੀਂ ਮੈਨੂੰ ਜਾਣਦੇ ਨਹੀਂ ਹੋ। ਮੈਂ ਤੁਹਾਡਾ ਉਹ ਹਾਲ ਕਰਾਂਗਾ ਕਿ ਤੁਸੀਂ ਮਰਦੇ ਦਮ ਤੱਕ ਯਾਦ ਰੱਖੋਗੇ। ਉਸ ਆਦਮੀ ਦੀਆਂ ਅੱਖਾਂ ਦੇ ਵਿੱਚ ਗੁੱਸਾ ਅਤੇ ਬੋਲਾਂ ਦੇ ਵਿੱਚ ਧਮਕੀ ਸੀ। ਮੈਂ ਉਸ ਨੂੰ ਕਿਹਾ, ਭਰਾ ਜੀ, ਤੁਸੀਂ ਜੋ ਵੀ ਹੋ, ਬੈਠ ਕੇ ਗੱਲ ਕਰੋ। ਜੇਕਰ ਤੁਹਾਡਾ ਕੋਈ ਘਰੇਲੂ ਮਾਮਲਾ ਹੈ ਤਾਂ ਉਸ ਨੂੰ ਘਰ ਦੇ ਵਿੱਚ ਹੀ ਸੁਲਝਾਓ। ਇਸ ਤਰ੍ਹਾਂ ਲੋਕਾਂ ਦੇ ਵਿੱਚ ਇਹ ਗੱਲਾਂ ਕਰਨੀਆਂ ਠੀਕ ਨਹੀਂ ਹਨ। ਮੈਂ ਉਸ ਲੜਕੀ ਤੋਂ ਆਪਣੀ ਬਾਂਹ ਛਡਾਉਂਦੇ ਹੋਏ ਕਿਹਾ, ਦੇਖੋ ਲੜਕੀ, ਤੁਸੀਂ ਜੋ ਵੀ ਹੋ, ਇਸ ਤਰ੍ਹਾਂ ਝੂਠ ਬੋਲ ਕੇ ਨਾ ਤਾਂ ਉਸ ਨੂੰ ਬੇਵਕੂਫ ਬਣਾਓ ਅਤੇ ਨਾ ਹੀ ਮੇਰੀਆਂ ਮੁਸ਼ਕਲਾਂ ਵਧਾਓ। ਹੁਣ ਇੱਥੋਂ ਜਾਓ ਅਤੇ ਆਪਣੇ ਇਸ ਮਾਮਲੇ ਨੂੰ ਘਰ ਦੇ ਵਿੱਚ ਬੈਠ ਕੇ ਹੱਲ ਕਰੋ। ਇਹ ਕਹਿ ਕੇ ਮੈਂ ਇੱਕ ਪਾਸੇ ਚੱਲ ਪਿਆ, ਪਰ ਉਹ ਲੜਕੀ ਫਿਰ ਤੋਂ ਮੇਰੇ ਪਿੱਛੇ ਆ ਗਈ ਅਤੇ ਮੇਰੀ ਬਾਂਹ ਫੜ ਕੇ ਮੇਰੀਆਂ ਮਿੰਨਤਾਂ ਕਰਨ ਲੱਗੀ, ਕਹਿਣ ਲੱਗੀ ਕਿ ਕੁਝ ਸਮੇਂ ਦੇ ਲਈ ਮੰਨ ਲਓ ਕਿ ਮੈਂ ਤੁਹਾਡੇ ਨਾਲ ਪਿਆਰ ਕਰਦੀ ਹਾਂ ਅਤੇ ਤੁਹਾਡੇ ਨਾਲ ਹੀ ਵਿਆਹ ਕਰਨਾ ਚਾਹੁੰਦੀ ਹਾਂ। ਇਸ ਆਦਮੀ ਨੂੰ ਇੱਥੋਂ ਭੇਜ ਦਿਓ। ਤੁਸੀਂ ਨਹੀਂ ਜਾਣਦੇ, ਜੇਕਰ ਤੁਸੀਂ ਇਸ ਝੂਠ ਦੇ ਵਿੱਚ ਮੇਰਾ ਸਾਥ ਨਹੀਂ ਦਿੱਤਾ ਤਾਂ ਮੇਰੀ ਪੂਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਮੇਰੀ ਜਾਨ ਮੁਸ਼ਕਲ ਦੇ ਵਿੱਚ ਪੈ ਜਾਵੇਗੀ। ਮੈਂ ਤੁਹਾਨੂੰ ਬਾਅਦ ਦੇ ਵਿੱਚ ਸਭ ਕੁਝ ਸੱਚ ਦੱਸਦੀ ਹਾਂ। ਅੱਖਾਂ ਦੇ ਵਿੱਚ ਡਰ ਸੀ ਅਤੇ
ਮੈਂ ਬੇਬਸੀ ਦੇ ਵਿੱਚ ਉਸ ਦੀਆਂ ਖੂਬਸੂਰਤ ਅੱਖਾਂ ਦੇ ਵਿੱਚ ਡੁੱਬਣ ਲੱਗਿਆ ਸੀ। ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਮੇਰੇ ਦਿਲ ਨੂੰ ਕੀ ਹੋ ਗਿਆ ਹੈ। ਮੈਂ ਉਸ ਲੜਕੀ ਨੂੰ ਇੱਕ ਵਾਰ ਦੇਖ ਕੇ ਹੀ ਉਸ ਦੇ ਪਿਆਰ ਦੇ ਵਿੱਚ ਪੈ ਗਿਆ ਸੀ। ਉਸ ਸਮੇਂ ਮੈਨੂੰ ਉਸ ਲੜਕੀ ਤੋਂ ਜ਼ਿਆਦਾ ਕੋਈ ਹੋਰ ਖੂਬਸੂਰਤ ਨਹੀਂ ਲੱਗ ਰਿਹਾ ਸੀ। ਹਾਲਾਂਕਿ ਉਸਦੇ ਚਿਹਰੇ ਤੇ ਨਕਾਬ ਸੀ ਅਤੇ ਮੈਂ ਉਸ ਨੂੰ ਜਾਣਦਾ ਵੀ ਨਹੀਂ ਸੀ ਅਤੇ ਸਿਰਫ ਉਸ ਦੀਆਂ ਅੱਖਾਂ ਨੂੰ ਦੇਖ ਕੇ ਜਿਵੇਂ ਮੈਂ ਉਹਨਾਂ ਦੇ ਵਿੱਚ ਡੁੱਬ ਗਿਆ ਸੀ। ਉਹ ਲੜਕੀ ਯਕੀਨਨ ਕਿਸੇ ਵੱਡੀ ਮੁਸ਼ਕਲ ਦਾ ਸ਼ਿਕਾਰ ਸੀ, ਕਿਉਂਕਿ ਉਸ ਦੀਆਂ ਅੱਖਾਂ ਦੇ ਵਿੱਚ ਝਾਕਦੇ ਹੋਏ ਉਸ ਦੇ ਡਰ ਨੂੰ ਦੂਰੋਂ ਹੀ ਦੇਖ ਲਿਆ ਸੀ ਅਤੇ ਫਿਰ ਇੱਕ ਫੈਸਲਾ ਕੀਤਾ ਅਤੇ ਉਸ ਆਦਮੀ ਨੂੰ ਕਿਹਾ ਕਿ ਦੇਖੋ, ਤੁਸੀਂ ਪਲੀਜ਼ ਇੱਥੋਂ ਚਲੇ ਜਾਓ। ਤੁਸੀਂ ਹੈ ਕੌਣ? ਤੁਸੀਂ ਕਿਉਂ ਇਸ ਤੇ ਇੰਨਾ ਜ਼ੁਲਮ ਕਰ ਰਹੇ ਹੋ? ਹੁਣ ਤੁਸੀਂ ਇੱਥੋਂ ਜਾਓ, ਇਹ ਮਾਮਲਾ ਬਾਅਦ ਦੇ ਵਿੱਚ ਹੱਲ ਕੀਤਾ ਜਾਵੇਗਾ। ਜਦੋਂ ਮੈਂ ਇਹ ਗੱਲ ਕਹੀ ਤਾਂ ਉਹ ਆਦਮੀ ਮੇਰੀ ਗੱਲ ਸੁਣ ਕੇ ਗੁੱਸੇ ਦੇ ਵਿੱਚ ਆ ਗਿਆ ਅਤੇ ਮੈਨੂੰ ਧਮਕੀਆਂ ਦੇਣ ਲੱਗਿਆ। ਕਹਿਣ ਲੱਗਿਆ, ਤੁਸੀਂ ਹੁੰਦੇ ਕੌਣ ਹੋ ਸਾਡੇ ਘਰੇਲੂ ਮਾਮਲਿਆਂ ਦੇ ਵਿੱਚ ਦਖਲ ਦੇਣ ਵਾਲੇ? ਆਖਰਕਾਰ ਤੁਹਾਨੂੰ ਇਹ ਹੱਕ ਕਿਸ ਨੇ ਦਿੱਤਾ? ਮੈਂ ਹੁਣੇ ਹੀ ਪੁਲਿਸ ਦੇ ਵਿੱਚ ਰਿਪੋਰਟ ਕਰਾਂਗਾ ਤੇ ਦੇਖਾਂਗਾ ਕਿ ਤੁਸੀਂ ਇਸ ਲੜਕੀ ਨੂੰ ਇੱਥੋਂ ਕਿਵੇਂ ਲੈ ਕੇ ਜਾਂਦੇ ਹੋ। ਉਸ ਆਦਮੀ ਨੇ ਧਮਕੀ ਦਿੰਦੇ ਹੋਏ ਮੈਨੂੰ ਕਿਹਾ। ਮੈਂ ਇੱਕਦਮ ਉਸ ਦੇ ਵੱਲ ਵਧਿਆ ਅਤੇ ਕਹਿਣ ਲੱਗਿਆ ਕਿ ਖਬਰਦਾਰ, ਜੇਕਰ ਤੁਸੀਂ ਮੈਨੂੰ ਧਮਕੀ ਦੇਣ ਦੀ ਕੋਸ਼ਿਸ਼ ਕੀਤੀ, ਤੁਸੀਂ ਨਹੀਂ ਜਾਣਦੇ ਕਿ ਮੈਂ ਕੌਣ ਹਾਂ। ਅੱਗੇ ਤੋਂ ਤੁਸੀਂ ਇਸ ਲੜਕੀ ਦੇ ਆਸੇ-ਪਾਸੇ ਵੀ ਨਾ ਦਿਖਿਓ। ਹਾਂ, ਪਿਆਰ ਕਰਦਾ ਹਾਂ ਮੈਂ ਇਸ ਲੜਕੀ ਨੂੰ ਅਤੇ ਪਿਆਰ ਕਰਨਾ ਕੋਈ ਪਾਪ ਨਹੀਂ। ਅਸੀਂ ਬਾਲਗ ਹਾਂ ਅਤੇ ਅਸੀਂ ਆਪਣੀ ਮਰਜ਼ੀ ਦੇ ਨਾਲ ਵਿਆਹ ਕਰ ਸਕਦੇ ਹਾਂ। ਇਹ ਹੱਕ ਸਾਨੂੰ ਕਾਨੂੰਨ ਨੇ ਦਿੱਤਾ ਹੈ। ਇਹ ਕਹਿ ਕੇ ਮੈਂ ਉਸ ਲੜਕੀ ਦਾ ਹੱਥ ਫੜ ਲਿਆ ਅਤੇ ਇੱਕ ਪਾਸੇ ਚੱਲ ਪਿਆ, ਜਦੋਂ ਕਿ ਉਹ ਆਦਮੀ ਉੱਚੀ ਆਵਾਜ਼ ਦੇ ਵਿੱਚ ਗਾਲੀਆਂ ਕੱਢਣ ਲੱਗਿਆ। ਮੇਰੇ ਸਾਰੇ ਦੋਸਤ ਇਹ ਸਭ ਕੁਝ ਦੇਖ ਕੇ ਹੈਰਾਨ ਖੜੇ ਸਨ। ਕਹਿਣ ਲੱਗੇ, ਅਰਮਾਨ, ਇਹ ਤੁਸੀਂ ਕੀ ਕਰ ਦਿੱਤਾ? ਆਖਰਕਾਰ ਇੱਕ ਲੜਕੀ ਦੇ ਲਈ ਤੁਸੀਂ ਇੰਨਾ ਵੱਡਾ ਖਤਰਾ ਮੁੱਲ ਲੈ ਲਿਆ। ਪਤਾ ਨਹੀਂ ਇਹ ਲੜਕੀ ਸੱਚ ਵੀ ਬੋਲ ਰਹੀ ਹੈ ਜਾਂ ਨਹੀਂ, ਅਤੇ ਉਹ ਆਦਮੀ ਕੌਣ ਸੀ? ਤੁਸੀਂ ਕੁਝ ਨਹੀਂ ਜਾਣਦੇ। ਫਿਰ ਤੁਸੀਂ ਆਪਣੇ ਆਪ ਨੂੰ ਇੰਨੀ ਵੱਡੀ ਮੁਸੀਬਤ ਦੇ ਵਿੱਚ ਕਿਉਂ ਪਾ ਲਿਆ? ਲੜਕੀ ਦਾ ਮਾਮਲਾ ਹੈ। ਜੇਕਰ ਕੱਲ ਨੂੰ ਕੋਈ ਗੱਲਬਾਤ ਹੋ ਗਈ ਤਾਂ ਤੁਸੀਂ ਕੀ ਜਵਾਬ ਦਿਓਗੇ? ਮੇਰੇ ਦੋਨੋਂ ਦੋਸਤ ਮੇਰੇ ਆਸੇ-ਪਾਸੇ ਚੱਲਦੇ ਹੋਏ ਇਹ ਕਹਿ ਰਹੇ ਸਨ, ਜਦੋਂ ਕਿ ਮੈਂ ਉਹਨਾਂ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਕਿ ਮੈਂ ਸਭ ਕੁਝ ਆਪਣੇ ਆਪ ਦੇਖ ਲਵਾਂਗਾ। ਹਾਲਾਂਕਿ ਅਜੇ ਮੈਨੂੰ ਕੁਝ ਨਹੀਂ ਪਤਾ ਸੀ ਕਿ ਅੱਗੇ ਮੈਂ ਕੀ ਕਰਨਾ ਹੈ। ਉਸ ਸਮੇਂ ਸਿਰਫ ਮੈਨੂੰ ਉਸ ਲੜਕੀ ਦੀਆਂ ਅੱਖਾਂ ਦਾ ਡਰ ਦਿਖਾਈ ਦੇ ਰਿਹਾ ਸੀ, ਜੋ ਉਸ ਆਦਮੀ ਨੂੰ ਦੇਖ ਕੇ ਉਸ ਦੀਆਂ ਅੱਖਾਂ ਦੇ ਵਿੱਚ ਆ ਗਿਆ ਸੀ। ਮੈਂ ਇਸ ਲੜਕੀ ਨੂੰ ਉਸ ਆਦਮੀ ਤੋਂ ਬਚਾਉਣਾ ਸੀ। ਇਹ ਸੋਚ ਕੇ ਬਸ ਮੈਂ ਉਸ ਲੜਕੀ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਸੀ, ਇਸ ਗੱਲ ਤੋਂ ਬੇਖਬਰ ਕਿ ਅੱਗੇ ਮੇਰੀ ਜ਼ਿੰਦਗੀ ਦੇ ਵਿੱਚ ਕੀ ਤੂਫਾਨ ਆਉਣ ਵਾਲਾ ਸੀ। ਮੇਰਾ ਨਾਮ ਅਰਮਾਨ ਹੈ ਅਤੇ ਮੈਂ ਇੱਕ ਚੰਗੇ ਪਰਿਵਾਰ ਤੋਂ ਬਿਲੋਂਗ ਕਰਦਾ ਹਾਂ। ਮੇਰੇ ਪਾਪਾ ਸ਼ਹਿਰ ਦੇ ਵਿੱਚ ਇੱਕ ਫੇਮਸ ਬਿਜ਼ਨਸਮੈਨ ਹਨ, ਜਦੋਂ ਕਿ ਮੇਰੀ ਮਾਂ ਇੱਕ ਮਸ਼ਹੂਰ ਕਾਲਜ ਦੇ ਵਿੱਚ ਪ੍ਰਿੰਸੀਪਲ ਹੈ। ਮੈਂ ਆਪਣੇ ਭੈਣ ਭਰਾਵਾਂ ਦੇ ਵਿੱਚੋਂ ਸਭ ਤੋਂ ਛੋਟਾ ਤੇ ਲਾਡਲਾ ਹਾਂ। ਮੈਂ ਆਪਣੀ MBA ਕੰਪਲੀਟ ਕਰਨ ਤੋਂ ਬਾਅਦ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਇੱਕ ਚੰਗੇ ਅਹੁਦੇ ਤੇ ਕੰਮ ਕਰ ਰਿਹਾ ਹਾਂ। ਹਾਲਾਂਕਿ ਪਾਪਾ ਨੇ ਮੈਨੂੰ ਆਪਣੇ ਬਿਜ਼ਨਸ ਦੇ ਵਿੱਚ ਆਉਣ ਦੇ ਲਈ ਕਿਹਾ ਸੀ, ਪਰ ਮੈਂ ਅਜੇ ਬਾਹਰ ਦੀ ਫੀਲਡ ਦੇ ਵਿੱਚ ਰਹਿ ਕੇ ਕੁਝ ਐਕਸਪੀਰੀਅੰਸ ਹਾਸਲ ਕਰਨਾ ਚਾਹੁੰਦਾ ਸੀ, ਤਾਂ ਕਿ ਇਸ ਐਕਸਪੀਰੀਅੰਸ ਨੂੰ ਬਿਜ਼ਨਸ ਦੇ ਵਿੱਚ ਅਪਲਾਈ ਕਰ ਸਕਾਂ ਅਤੇ ਫਿਰ ਆਪਣੇ ਬਿਜ਼ਨਸ ਨੂੰ ਵਧਾ ਸਕਾਂ। ਇਸ ਕਰਕੇ ਪਾਪਾ ਨੇ ਵੀ ਮੇਰੀ ਗੱਲ ਦਾ ਮਾਣ ਰੱਖਿਆ ਅਤੇ ਮੈਨੂੰ ਨੌਕਰੀ ਕਰਨ ਦੀ ਆਗਿਆ ਦੇ ਦਿੱਤੀ। ਮੈਂ ਅੱਜ ਕੱਲ੍ਹ ਆਪਣੀ ਨੌਕਰੀ ਦੇ ਵਿੱਚ ਹੀ ਬਿਜੀ ਸੀ। ਉਸ ਸਮੇਂ ਹੀ ਮੈਨੂੰ ਮੇਰੇ ਦੋਸਤ ਫੈਜ਼ਲ ਦੇ ਵਿਆਹ ਦਾ ਪਤਾ ਲੱਗਿਆ ਅਤੇ ਫੈਜ਼ਲ ਨੇ ਆਪਣੇ ਵਿਆਹ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਪਾ ਦਿੱਤੀ ਸੀ, ਕਿਉਂਕਿ ਫੈਜ਼ਲ ਇਕੱਲਾ ਸੀ, ਉਸਦਾ ਕੋਈ ਭਰਾ ਨਹੀਂ ਸੀ। ਇਸ ਕਰਕੇ ਸਾਡੇ ਤਿੰਨੇ ਦੋਸਤਾਂ ਤੇ ਉਸ ਨੂੰ ਬਹੁਤ ਭਰੋਸਾ ਸੀ। ਅਸੀਂ ਤਿੰਨ ਵੈਸੇ ਵੀ ਭਰਾਵਾਂ ਦੀ ਤਰ੍ਹਾਂ ਰਹਿੰਦੇ ਸੀ। ਇਸ ਕਰਕੇ ਮੈਂ ਫੈਜ਼ਲ ਦੇ ਵਿਆਹ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਲਈ ਸੀ। ਉਸ ਨੂੰ ਮੇਰੀ ਪਸੰਦ ਤੇ ਬਹੁਤ ਭਰੋਸਾ ਸੀ। ਮੇਰੇ ਦੁਆਰਾ ਪਸੰਦ ਕੀਤੀਆਂ ਹੋਈਆਂ ਚੀਜ਼ਾਂ ਨੂੰ ਉਹ ਬਹੁਤ ਖੁਸ਼ੀ ਦੇ ਨਾਲ ਪਾਉਂਦਾ ਸੀ। ਇਸ ਕਰਕੇ ਮੈਂ ਫੈਜ਼ਲ ਦੇ ਵਿਆਹ ਦੀ ਸ਼ਾਪਿੰਗ ਕਰਨ ਦੀ ਜ਼ਿੰਮੇਵਾਰੀ ਚੱਕੀ ਅਤੇ ਅੱਜ ਇਸੇ ਸਿਲਸਿਲੇ ਦੇ ਵਿੱਚ ਹੀ ਸ਼ਾਪਿੰਗ ਮਾਲ ਦੇ ਵਿੱਚ ਆਇਆ ਸੀ, ਜਿੱਥੇ ਉਹ ਲੜਕੀ ਮੇਰੇ ਨਾਲ ਟਕਰਾ ਗਈ ਸੀ ਅਤੇ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਅਤੇ ਹਾਲਾਤ ਇੱਕਦਮ ਬਦਲ ਗਏ ਸਨ। ਮੈਂ ਉਸ ਲੜਕੀ ਨੂੰ ਆਪਣੀ ਗੱਡੀ ਦੇ ਵਿੱਚ ਤਾਂ ਨਾਲ ਬਿਠਾ ਲਿਆ। ਮੇਰੇ ਦੋਨੋਂ ਦੋਸਤ ਮੇਰੀ ਇਸ ਗੱਲ ਕਾਰਨ ਨਾਰਾਜ਼ ਸਨ, ਕਿਉਂਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਸੀ। ਉਹਨਾਂ ਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਮੈਨੂੰ ਦੂਜਿਆਂ ਦੇ ਮਾਮਲਿਆਂ ਦੇ ਵਿੱਚ ਲੱਤ ਨਹੀਂ ਉਡਾਉਣੀ ਚਾਹੀਦੀ ਸੀ, ਪਰ ਮੈਂ ਵੀ ਕੀ ਕਰਦਾ। ਉਸ ਸਮੇਂ ਉਸ ਲੜਕੀ ਦੀ ਗੱਲਬਾਤ ਅਤੇ ਉਸ ਦੀਆਂ ਅੱਖਾਂ ਦੇ ਵਿੱਚ ਡਰ ਮੈਨੂੰ ਇਹ ਕਰਨ ਦੇ ਲਈ ਮਜਬੂਰ ਕਰ ਗਿਆ ਸੀ। ਬਿਨਾਂ ਸੋਚੇ ਸਮਝੇ ਮੈਂ ਉਸ ਲੜਕੀ ਨੂੰ ਆਪਣੇ ਨਾਲ ਲੈ ਆਇਆ। ਮੈਂ ਰਸਤੇ ਦੇ ਵਿੱਚ ਆਪਣੇ ਦੋਨਾਂ ਦੋਸਤਾਂ ਨੂੰ ਉਤਾਰ ਦਿੱਤਾ ਸੀ ਅਤੇ ਫਿਰ ਇੱਕ ਥਾਂ ਤੇ ਗੱਡੀ ਰੋਕ ਕੇ ਉਸ ਲੜਕੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ, ਦੇਖੋ, ਮੈਂ ਤੁਹਾਡੀ ਗੱਲ ਤੇ ਯਕੀਨ ਕਰ ਲਿਆ ਹੈ। ਤੁਸੀਂ ਜੋ ਕੋਈ ਵੀ ਹੋ, ਮੈਂ ਨਹੀਂ ਜਾਣਦਾ। ਮੇਰੇ ਦੋਨੋਂ ਦੋਸਤ ਵੀ ਤੁਹਾਡੇ ਕਾਰਨ ਮੇਰੇ ਨਾਲ ਨਾਰਾਜ਼ ਹੋ ਗਏ ਹਨ। ਹੁਣ ਮੈਨੂੰ ਸੱਚ-ਸੱਚ ਦੱਸੋ, ਆਖਰਕਾਰ ਗੱਲ ਕੀ ਹੈ? ਪੂਰਾ ਮਾਮਲਾ ਕੀ ਹੈ ਅਤੇ ਤੁਸੀਂ ਇੰਨਾ ਵੱਡਾ ਝੂਠ ਕਿਉਂ ਬੋਲਿਆ?
ਕਿ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਅਤੇ ਵਿਆਹ ਕਰਨਾ ਚਾਹੁੰਦੇ ਹੋ। ਮੇਰੀ ਗੱਲ ਸੁਣ ਕੇ ਉਹ ਲੜਕੀ ਇੱਕਦਮ ਰੋਣ ਲੱਗੀ, ਕਹਿਣ ਲੱਗੀ ਮੈਨੂੰ ਇਹ ਝੂਠ ਬੋਲਣਾ ਪਿਆ ਕਿਉਂਕਿ ਮੈਨੂੰ ਸਾਰੇ ਬੰਦਿਆਂ ਦੀ ਭੀੜ ਦੇ ਵਿੱਚੋਂ ਤੁਸੀਂ ਸਭ ਤੋਂ ਜ਼ਿਆਦਾ ਭਰੋਸੇਮੰਦ ਲੱਗੇ, ਇਸ ਕਰਕੇ ਮੈਂ ਇਸ ਤਰ੍ਹਾਂ ਕਹਿ ਦਿੱਤਾ। ਮੈਂ ਮਾਫੀ ਚਾਹੁੰਦੀ ਹਾਂ, ਤੁਹਾਨੂੰ ਮੇਰੇ ਕਾਰਨ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਤੁਸੀਂ ਮੈਨੂੰ ਕਿਸੇ NGO ਜਾਂ ਕਿਸੇ ਅਨਾਥ ਆਸ਼ਰਮ ਦੇ ਵਿੱਚ ਛੱਡ ਦਿਓ, ਮੈਂ ਘਰ ਵਾਪਸ ਨਹੀਂ ਜਾ ਸਕਦੀ, ਤਾਂ ਫਿਰ ਮੇਰੇ ਨਾਲ ਉਹੀ ਜ਼ੁਲਮ ਸ਼ੁਰੂ ਹੋ ਜਾਵੇਗਾ ਜੋ ਪਹਿਲਾਂ ਹੁੰਦਾ ਰਿਹਾ ਹੈ। ਉਸ ਲੜਕੀ ਨੇ ਰੋਂਦੇ ਹੋਏ ਮੈਨੂੰ ਕਿਹਾ ਤਾਂ ਮੈਂ ਬਿਲਕੁਲ ਚੁੱਪ ਹੋ ਗਿਆ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ। ਮੈਂ ਉਸ ਨੂੰ ਪੁੱਛਿਆ ਕਿ ਅਚਾਨਕ ਤੁਹਾਡੇ ਨਾਲ ਹੋਇਆ ਕੀ ਹੈ ਅਤੇ ਉਹ ਆਦਮੀ ਕੌਣ ਸੀ। ਦੇਖੋ ਹੁਣ ਤੁਸੀਂ ਮੈਨੂੰ ਝੂਠ ਨਾ ਬੋਲਿਓ, ਜੋ ਕੁਝ ਵੀ ਹੈ ਸਭ ਕੁਝ ਸੱਚ ਦੱਸਿਓ, ਫਿਰ ਹੀ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਹਾਂ, ਨਹੀਂ ਤਾਂ ਮੈਂ ਤੁਹਾਨੂੰ ਇੱਥੇ ਹੀ ਉਤਾਰ ਕੇ ਘਰ ਚਲਾ ਜਾਵਾਂਗਾ। ਮੈਂ ਆਪਣੀ ਉਂਗਲੀ ਚੱਕ ਕੇ ਉਸ ਲੜਕੀ ਨੂੰ ਵਾਰਨ ਕਰਦੇ ਹੋਏ ਕਿਹਾ ਤਾਂ ਉਹ ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ ਬੋਲੀ, ਮੇਰਾ ਨਾਮ ਰਵੀਨਾ ਹੈ। ਮੇਰਾ ਸੰਬੰਧ ਇੱਕ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਦੇ ਨਾਲ ਹੈ। ਮੇਰੇ ਮਾਤਾ ਪਿਤਾ ਦੀ ਮੌਤ ਬਚਪਨ ਦੇ ਵਿੱਚ ਹੀ ਹੋ ਗਈ ਸੀ। ਮੇਰਾ ਕੋਈ ਹੋਰ ਰਿਸ਼ਤੇਦਾਰ ਨਹੀਂ ਹੈ, ਇਸ ਕਰਕੇ ਮੇਰੇ ਮਾਂ ਦੇ ਸੁਤੇਲੇ ਭਰਾ ਨੇ ਮੇਰੀ ਪਰਵਰਿਸ਼ ਕੀਤੀ ਹੈ। ਮੈਂ ਬਚਪਨ ਤੋਂ ਹੀ ਉਹਨਾਂ ਦੇ ਘਰ ਦੇ ਸਾਰੇ ਕੰਮਕਾਰ ਕਰਦੀ ਸੀ, ਪਰ ਫਿਰ ਵੀ ਮਾਮੀ ਮੇਰੇ ਤੋਂ ਖੁਸ਼ ਨਹੀਂ ਹੁੰਦੀ ਸੀ। ਗੱਲ-ਗੱਲ ਤੇ ਮੈਨੂੰ ਕੁੱਟਦੀ ਅਤੇ ਮੈਨੂੰ ਬਹੁਤ ਸਖਤ ਸਜ਼ਾ ਦਿੰਦੀ। ਕਦੇ ਸਾਰਾ ਦਿਨ ਠੰਡ ਦੇ ਵਿੱਚ ਬਾਹਰ ਖੜਾ ਕਰ ਦਿੰਦੀ ਅਤੇ ਕਦੇ ਧੁੱਪ ਦੇ ਵਿੱਚ ਮੈਨੂੰ ਨੰਗੇ ਪੈਰ ਖੜਾ ਕਰ ਦਿੰਦੀ। ਥੋੜੀ ਜਿਹੀ ਗਲਤੀ ਵੀ ਮਾਫ ਨਹੀਂ ਹੁੰਦੀ ਸੀ, ਬਲਕਿ ਉਸ ਦੀ ਬਹੁਤ ਜ਼ਿਆਦਾ ਸਖਤ ਸਜ਼ਾ ਮਿਲਦੀ ਸੀ। ਪਰ ਹੁਣ ਪਤਾ ਨਹੀਂ ਜਦੋਂ ਤੋਂ ਮੈਂ ਜਵਾਨ ਹੋਈ ਹਾਂ, ਮੇਰੇ ਮਾਮਾ ਮੈਨੂੰ ਅਜੀਬ ਜਿਹੀਆਂ ਨਜ਼ਰਾਂ ਦੇ ਨਾਲ ਦੇਖਣ ਲੱਗੇ ਸਨ। ਉਹ ਘਰ ਦੇ ਵਿੱਚ ਸਾਰਾ ਦਿਨ ਫਾਲਤੂ ਬੈਠੇ ਰਹਿੰਦੇ ਅਤੇ ਕੋਈ ਕੰਮ ਨਹੀਂ ਕਰਦੇ ਸਨ। ਮਾਮੀ ਅਤੇ ਮਾਮਾ ਦੀ ਲੜਾਈ ਚੱਲਦੀ ਰਹਿੰਦੀ। ਮਾਮਾ ਹਮੇਸ਼ਾ ਸ਼ਾਮ ਦੇ ਸਮੇਂ ਬਾਹਰ ਜਾਂਦਾ ਅਤੇ ਜੂਆ ਖੇਡਣ ਚਲਾ ਜਾਂਦਾ। ਫਿਰ ਇੱਕ ਦਿਨ ਜਦੋਂ ਉਹ ਅੱਧੀ ਰਾਤ ਦੇ ਸਮੇਂ ਘਰ ਵਾਪਸ ਆਇਆ ਤਾਂ ਕਾਫੀ ਗਾਲਾਂ ਕੱਢ ਰਿਹਾ ਸੀ। ਸਾਰਾ ਘਰ ਅੱਧੀ ਰਾਤ ਨੂੰ ਉਸ ਦੀਆਂ ਗਾਲਾਂ ਦੇ ਨਾਲ ਗੂੰਜ ਰਿਹਾ ਸੀ। ਉਹ ਚੀਜ਼ਾਂ ਨੂੰ ਠੋਕਰਾਂ ਮਾਰ-ਮਾਰ ਕੇ ਉੱਚੀ-ਉੱਚੀ ਚੀਕ ਰਿਹਾ ਸੀ ਕਿਉਂਕਿ ਉਸ ਦਿਨ ਉਹ ਜੂਏ ਦੇ ਵਿੱਚ ਇੱਕ ਵੱਡੀ ਰਕਮ ਹਾਰ ਚੁੱਕਿਆ ਸੀ। ਸ਼ਾਇਦ ਨਸ਼ੇ ਦੇ ਵਿੱਚ ਉਹ ਕੁਝ ਜ਼ਿਆਦਾ ਹੀ ਖੇਡ ਲਿਆ ਸੀ, ਜਿਸ ਦੇ ਕਾਰਨ ਉਹ ਲੱਖਾਂ ਰੁਪਏ ਹਾਰ ਗਿਆ ਸੀ। ਹੁਣ ਉਸ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਹ ਇਹ ਸਾਰਾ ਪੈਸਾ ਕਿਵੇਂ ਚੁਕਾਵੇਗਾ। ਇਸ ਕਰਕੇ ਉਸ ਨੂੰ ਬਹੁਤ ਗੁੱਸਾ ਆ ਰਿਹਾ ਸੀ। ਉਹ ਗਾਲਾਂ ਕੱਢਦਾ ਜਾ ਰਿਹਾ ਸੀ। ਮੈਂ ਤਾਂ ਡਰਦੇ ਮਾਰੇ ਆਪਣੇ ਕਮਰੇ ਤੋਂ ਬਾਹਰ ਹੀ ਨਹੀਂ ਨਿਕਲੀ ਸੀ, ਜਦੋਂ ਕਿ ਮਾਮੀ ਇਹ ਸਭ ਕੁਝ ਸੁਣ ਕੇ ਬਹੁਤ ਪਰੇਸ਼ਾਨ ਹੋ ਚੁੱਕੀ ਸੀ। ਅਗਲੇ 2 ਦਿਨਾਂ ਤੱਕ ਕਰਜ਼ੇ ਵਾਲੇ ਲੋਕਾਂ ਨੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਸੀ। ਜਿਨ੍ਹਾਂ ਦੇ ਲੱਖਾਂ ਰੁਪਏ ਮਾਮੇ ਨੇ ਦੇਣੇ ਸੀ, ਉਹ ਵਾਰ-ਵਾਰ ਦਰਵਾਜ਼ੇ ਤੇ ਆਉਂਦੇ ਅਤੇ ਮਾਮੀ ਇਹੀ ਝੂਠ ਬੋਲਦੀ ਕਿ ਉਹ ਘਰ ਦੇ ਵਿੱਚ ਨਹੀਂ ਹੈ। ਪਰ ਉਹ ਲੋਕ ਵੀ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਦੇ ਸਨ। ਇਸ ਕਰਕੇ ਉਹ ਇੱਕ ਦਿਨ ਦਰਵਾਜ਼ਾ ਤੋੜ ਕੇ ਅੰਦਰ ਆ ਗਏ। ਮਾਮਾ ਸਾਹਮਣੇ ਹੀ ਵਿਹੜੇ ਦੇ ਵਿੱਚ ਸਿਰ ਝੁਕਾ ਕੇ ਬੈਠਾ ਸੀ ਅਤੇ ਆਪਣੇ ਕੀਤੇ ਤੇ ਪਛਤਾ ਰਹੇ ਸਨ। ਉਸ ਸਮੇਂ ਹੀ ਉਹਨਾਂ ਨੇ ਮਾਮੇ ਨੂੰ ਗਲੇ ਤੋਂ ਫੜ ਕੇ ਉਠਾਇਆ ਅਤੇ ਕਿਹਾ ਕਿ ਜੇਕਰ 24 ਘੰਟਿਆਂ ਦੇ ਵਿੱਚ ਤੁਸੀਂ ਸਾਡਾ ਪੈਸੇ ਨਹੀਂ ਮੋੜੇ ਤਾਂ ਤੁਹਾਡੀ ਖੈਰ ਨਹੀਂ, ਤੁਹਾਨੂੰ ਇਸ ਘਰ ਤੋਂ ਕੱਢ ਕੇ ਤੁਹਾਡੇ ਘਰ ਤੇ ਕਬਜ਼ਾ ਕਰ ਲਵਾਂਗੇ। ਇੰਨੇ ਸਮੇਂ ਦੇ ਵਿੱਚ ਹੀ ਮੈਂ ਵੀ ਘਬਰਾਈ ਹੋਈ ਕਮਰੇ ਤੋਂ ਬਾਹਰ ਨਿਕਲੀ ਤਾਂ ਉਸ ਆਦਮੀ ਦੀ ਨਿਗਾਹ ਮੇਰੇ ਤੇ ਪੈ ਗਈ ਅਤੇ ਫਿਰ ਸੋਚ ਕੇ ਉਸ ਨੇ ਮਾਮਾ ਨੂੰ ਕਿਹਾ, ਤੁਹਾਡੇ ਕੋਲ ਘਰ ਦੇ ਵਿੱਚ ਇੱਕ ਹੀਰਾ ਪਿਆ ਹੈ, ਇਸ ਤਰ੍ਹਾਂ ਹੀ ਟਰਕਾ ਰਹੇ ਹੋ। ਜੇਕਰ ਤੁਹਾਡੇ ਕੋਲ ਕਰਜ਼ਾ ਮੋੜਨ ਦੇ ਲਈ ਪੈਸੇ ਨਹੀਂ ਹਨ ਤਾਂ ਇਸ ਲੜਕੀ ਨੂੰ ਮੇਰੇ ਨਾਲ ਭੇਜ ਦਿਓ, ਤੁਹਾਡਾ ਸਾਰਾ ਕਰਜ਼ਾ ਮਾਫ ਕਰ ਦਿਆਂਗਾ। ਇਹ ਕਹਿੰਦਾ ਹੋਇਆ ਉਹ ਆਦਮੀ ਆਪਣੀਆਂ ਮੁੱਛਾਂ ਮਰੋੜਦਾ ਹੋਇਆ ਮੇਰੇ ਵੱਲ ਅਜੀਬ ਤਰੀਕੇ ਨਾਲ ਦੇਖਦਾ ਹੋਇਆ ਘਰੋਂ ਬਾਹਰ ਚਲਾ ਗਿਆ। ਜਦੋਂ ਕਿ ਮਾਮਾ ਮੇਰੇ ਵੱਲ ਦੇਖ ਕੇ ਕੁਝ ਸੋਚਣ ਲੱਗਿਆ, ਮੈਂ ਡਰਦੇ ਮਾਰੇ ਆਪਣੀ ਜਗ੍ਹਾ ਤੇ ਖੜੀ ਰਹਿ ਗਈ ਸੀ ਕਿ ਇੱਕ ਬੇਗਾਨਾ ਆਦਮੀ ਘਰ ਦੇ ਵਿੱਚ ਆ ਕੇ ਮੇਰੇ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਅਤੇ ਮਾਮਾ ਕੁਝ ਵੀ ਨਹੀਂ ਬੋਲਿਆ। ਅਤੇ ਫਿਰ ਅਗਲੇ ਹੀ ਦਿਨ ਮਾਮਾ ਮੈਨੂੰ ਕਹਿਣ ਲੱਗਿਆ ਕਿ ਤੁਹਾਡਾ ਵਿਆਹ ਉਸ ਆਦਮੀ ਦੇ ਨਾਲ ਕਰਵਾਇਆ ਜਾ ਰਿਹਾ ਹੈ, ਆਪਣੀ ਤਿਆਰੀ ਕਰ ਲਓ। ਜਦੋਂ ਮਾਮਾ ਨੇ ਮੈਨੂੰ ਇਹ ਗੱਲ ਕਹੀ ਤਾਂ ਮੈਂ ਹੈਰਾਨੀ ਅਤੇ ਦੁੱਖ ਦੇ ਨਾਲ ਉਹਨਾਂ ਨੂੰ ਦੇਖਦੀ ਰਹਿ ਗਈ। ਇਹ ਉਹੀ ਵਿਅਕਤੀ ਸੀ ਜੋ ਕੱਲ ਧਮਕੀ ਦੇ ਕੇ ਗਿਆ ਸੀ ਅਤੇ ਮੇਰੇ ਤੋਂ ਦੁੱਗਣੀ ਉਮਰ ਦਾ ਸੀ। ਸ਼ਾਇਦ ਉਸ ਦੀ ਬੇਟੀ ਵੀ ਮੇਰੇ ਤੋਂ ਵੱਡੀ ਹੋਵੇਗੀ। ਮੈਂ ਮਾਮਾ ਦੇ ਸਾਹਮਣੇ ਸਾਫ਼ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਮੈਂ ਕਿਹਾ, ਮਾਮਾ ਤੁਸੀਂ ਉਹਨਾਂ ਤੋਂ ਕਰਜ਼ ਲਿਆ ਹੈ, ਤੁਸੀਂ ਉਹਨਾਂ ਦੇ ਨਾਲ ਜੂਆ ਖੇਡਿਆ ਹੈ, ਮੈਨੂੰ ਇਸ ਪੂਰੇ ਮਾਮਲੇ ਦੇ ਵਿੱਚ ਨਾ ਲੈ ਕੇ ਆਓ। ਮੈਂ ਮਾਮਾ ਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ। ਮਾਮਾ ਪਹਿਲਾਂ ਤਾਂ ਮੈਨੂੰ ਪਿਆਰ ਦੇ ਨਾਲ ਸਮਝਾਉਣ ਲੱਗਿਆ ਅਤੇ ਕਹਿਣ ਲੱਗੇ ਕਿ ਤੁਸੀਂ ਉੱਥੇ ਰਾਜ ਕਰੋਗੇ, ਉਹ ਵਿਅਕਤੀ ਤੁਹਾਨੂੰ ਰਾਣੀ ਬਣਾ ਕੇ ਰੱਖੇਗਾ, ਉਹ ਤੁਹਾਨੂੰ ਪਸੰਦ ਕਰਨ ਲੱਗਿਆ ਹੈ, ਯਕੀਨਨ ਉਹ ਤੁਹਾਡੀ ਹਰ ਇੱਕ ਇੱਛਾ ਪੂਰੀ ਕਰੇਗਾ। ਇੱਥੇ ਤਾਂ ਤੁਸੀਂ ਹਮੇਸ਼ਾ ਗਰੀਬੀ ਹੀ ਦੇਖੀ ਹੈ, ਇੱਕ-ਇੱਕ ਚੀਜ਼ ਦੇ ਲਈ ਤਰਸਦੇ ਰਹੇ ਹੋ।
ਹੁਣ ਉੱਥੇ ਤੁਹਾਡੀ ਜ਼ਿੰਦਗੀ ਬਹੁਤ ਚੰਗੀ ਲੰਘੇਗੀ। ਮੈਨੂੰ ਹੋਰ ਕੀ ਚਾਹੀਦਾ ਹੈ? ਅੱਗੇ ਜਾ ਕੇ ਮੈਂ ਆਪਣੀ ਭੈਣ ਨੂੰ ਮੂੰਹ ਵੀ ਤਾਂ ਦਿਖਾਉਣਾ ਹੈ। ਮਾਮਾ ਨੇ ਇਹ ਕਹਿ ਕੇ ਮਗਰਮੱਛ ਦੇ ਹੰਝੂ ਬਹਾਉਣੇ ਸ਼ੁਰੂ ਕਰ ਦਿੱਤੇ। ਪਰ ਮੈਂ ਜਾਣਦੀ ਸੀ ਕਿ ਮਾਮਾ ਦੇ ਦਿਲ ਦੇ ਵਿੱਚ ਉਸ ਸਮੇਂ ਕੀ ਹੈ। ਉਹ ਮੇਰੀ ਭਲਾਈ ਨਹੀਂ ਬਲਕਿ ਆਪਣੇ ਭਲੇ ਦਾ ਸੋਚ ਰਹੇ ਸਨ। ਮੈਂ ਇਹ ਸੋਚ ਲਿਆ ਸੀ ਕਿ ਮੈਂ ਇਹ ਵਿਆਹ ਕਰਕੇ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਾਂਗੀ। ਮੈਨੂੰ ਆਪਣੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਹੱਥ ਪੈਰ ਮਾਰਨੇ ਪੈਣਗੇ ਅਤੇ ਇਸ ਦਲਦਲ ਤੋਂ ਬਾਹਰ ਨਿਕਲਣਾ ਪਵੇਗਾ। ਤਾਂ ਮੈਂ ਮਾਮਾ ਨੂੰ ਇਹ ਝੂਠ ਕਹਿ ਦਿੱਤਾ ਕਿ ਮੈਂ ਕਿਸੇ ਲੜਕੇ ਨੂੰ ਪਸੰਦ ਕਰਦੀ ਹਾਂ ਅਤੇ ਉਸ ਦੇ ਨਾਲ ਹੀ ਵਿਆਹ ਕਰਾਂਗੀ। ਪਰ ਮਾਮਾ ਨੇ ਇਹ ਗੱਲ ਸੁਣ ਕੇ ਮੈਨੂੰ ਬਹੁਤ ਮਾਰਿਆ ਕੁੱਟਿਆ ਅਤੇ ਕਹਿਣ ਲੱਗੇ ਕਿ ਮੈਂ ਜਿੱਥੇ ਤੁਹਾਡਾ ਰਿਸ਼ਤਾ ਪੱਕਾ ਕੀਤਾ ਹੈ ਤੁਹਾਨੂੰ ਉੱਥੇ ਹੀ ਵਿਆਹ ਕਰਨਾ ਪਵੇਗਾ। ਮੈਂ ਤੁਹਾਨੂੰ ਕਿਸੇ ਹੋਰ ਦੇ ਨਾਲ ਵਿਦਾ ਨਹੀਂ ਕਰਾਂਗਾ। ਮਾਮਾ ਨੇ ਇਹ ਕਹਿ ਕੇ ਮੈਨੂੰ ਘਰ ਦੇ ਵਿੱਚ ਬੰਦ ਕਰ ਦਿੱਤਾ ਅਤੇ 1 ਹਫ਼ਤੇ ਬਾਅਦ ਮੇਰਾ ਵਿਆਹ ਹੋਣਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਮੈਂ ਕੀ ਕਰਾਂਗੀ। ਫਿਰ ਇੱਕ ਦਿਨ ਮਾਮਾ ਨੇ ਮੈਨੂੰ ਕਿਹਾ ਕਿ ਅੱਜ ਤਾਂ ਮੈਂ ਤੁਹਾਨੂੰ ਬਾਜ਼ਾਰ ਲੈ ਕੇ ਜਾ ਰਿਹਾ ਹਾਂ। ਤੁਹਾਡੇ ਪਤੀ ਦੀ ਇੱਛਾ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਦੁਲਹਨ ਬਣਾ ਕੇ ਸਜਾਇਆ ਜਾਵੇ। ਇਸ ਕਰਕੇ ਤੁਸੀਂ ਆਪਣੇ ਪਸੰਦ ਦੇ ਕੱਪੜੇ ਲੈ ਲਿਓ ਅਤੇ ਬਾਜ਼ਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਰੌਲਾ ਰੱਪਾ ਨਾ ਪਾਇਓ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਮਾਮਾ ਮੈਨੂੰ ਮੇਰੇ ਪਤੀ ਦੀ ਕਾਰ ਦੇ ਵਿੱਚ ਇੱਕ ਵੱਡੇ ਸਾਰੇ ਸ਼ਾਪਿੰਗ ਮਾਲ ਦੇ ਵਿੱਚ ਲੈ ਆਏ ਸਨ। ਉੱਥੇ ਮੈਂ ਤੁਹਾਨੂੰ ਦੇਖਿਆ ਅਤੇ ਮਾਮਾ ਨੂੰ ਕਹਿ ਦਿੱਤਾ ਕਿ ਮੈਂ ਤੁਹਾਡੇ ਨਾਲ ਪਿਆਰ ਕਰਦੀ ਹਾਂ। ਮੈਂ ਜਾਣਦੀ ਹਾਂ ਕਿ ਮੈਂ ਤੁਹਾਡੇ ਨਾਲ ਬਹੁਤ ਗਲਤ ਕੀਤਾ, ਪਰ ਮੇਰੇ ਕੋਲ ਇਸ ਦਲਦਲ ਦੇ ਵਿੱਚੋਂ ਬਾਹਰ ਨਿਕਲਣ ਦਾ ਕੋਈ ਦੂਜਾ ਰਸਤਾ ਨਹੀਂ ਸੀ। ਜੇਕਰ ਮੈਂ ਮਾਮਾ ਦੀ ਗੱਲ ਮੰਨ ਲੈਂਦੀ ਅਤੇ ਉਸ ਆਦਮੀ ਦੇ ਨਾਲ ਵਿਆਹ ਕਰ ਲੈਂਦੀ ਤਾਂ ਮੇਰੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ। ਮੈਂ ਘੁੱਟ-ਘੁੱਟ ਕੇ ਮਰਨਾ ਨਹੀਂ ਚਾਹੁੰਦੀ ਸੀ। ਉਸ ਲੜਕੀ ਨੇ ਜਦੋਂ ਆਪਣੀ ਜ਼ਿੰਦਗੀ ਦੇ ਬਾਰੇ ਮੈਨੂੰ ਸਭ ਕੁਝ ਦੱਸਿਆ ਤਾਂ ਮੈਨੂੰ ਬਹੁਤ ਅਫਸੋਸ ਹੋਇਆ। ਉਹ ਲੜਕੀ ਬਹੁਤ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਲੰਘ ਕੇ ਇੱਥੋਂ ਤੱਕ ਆਈ ਸੀ, ਪਰ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਅਤੇ ਕਿਸ ਤਰ੍ਹਾਂ ਉਸ ਦੀ ਮਦਦ ਕਰਾਂ। ਮੈਂ ਉਸ ਦੀ ਜ਼ਿੰਮੇਵਾਰੀ ਤਾਂ ਚੱਕ ਲਈ ਸੀ, ਪਰ ਹੁਣ ਮੈਂ ਉਸ ਦੇ ਲਈ ਕੋਈ ਸੁਰੱਖਿਅਤ ਜਗ੍ਹਾ ਲੱਭਣੀ ਸੀ ਤਾਂ ਕਿ ਹੁਣ ਉਹ ਉੱਥੇ ਰਹਿ ਕੇ ਆਪਣੀ ਮਰਜ਼ੀ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕੇ। ਤਾਂ ਮੈਨੂੰ ਉਸ ਸਮੇਂ ਅਚਾਨਕ ਫੈਜ਼ਲ ਦਾ ਖਿਆਲ ਆਇਆ। ਫੈਜ਼ਲ ਦੇ ਘਰ ਦੇ ਵਿੱਚ ਅੱਜ ਕੱਲ੍ਹ ਕਾਫੀ ਰਿਸ਼ਤੇਦਾਰ ਆਏ ਹੋਏ ਸਨ। ਮੈਂ ਉਸ ਨੂੰ ਸਾਰੀ ਗੱਲਬਾਤ ਦੇ ਬਾਰੇ ਦੱਸਿਆ ਅਤੇ ਉਸ ਨੂੰ ਮਦਦ ਦੇ ਲਈ ਕਿਹਾ। ਫੈਜ਼ਲ ਨੇ ਖੁਸ਼ੀ ਦੇ ਨਾਲ ਕਿਹਾ, ਯਾਰ ਤੁਸੀਂ ਫਿਕਰ ਨਾ ਕਰੋ, ਤੁਸੀਂ ਉਸ ਨੂੰ ਘਰ ਭੇਜ ਦਿਓ, ਮੈਂ ਸਭ ਕੁਝ ਸੰਭਾਲ ਲਵਾਂਗਾ। ਫੈਜ਼ਲ ਨੇ ਜਿਵੇਂ ਮੇਰੇ ਮੋਢੇ ਤੋਂ ਇੱਕ ਭਾਰੀ ਬੋਝ ਲਾ ਦਿੱਤਾ ਸੀ। ਮੈਂ ਉਸ ਨੂੰ ਫੈਜ਼ਲ ਦੇ ਘਰ ਦੇ ਵਿੱਚ ਲਾ ਦਿੱਤਾ ਤੇ ਆਪਣੇ ਘਰ ਆ ਗਿਆ। ਬਾਰ-ਬਾਰ ਉਸ ਲੜਕੀ ਦੀਆਂ ਹੰਝੂਆਂ ਨਾਲ ਭਰੀਆਂ ਹੋਈਆਂ ਅੱਖਾਂ ਅਤੇ ਉਸ ਦਾ ਡਰ ਮੇਰੇ ਸਾਹਮਣੇ ਆ ਰਿਹਾ ਸੀ। ਮੈਂ ਬਾਰ-ਬਾਰ ਉਸ ਦੇ ਬਾਰੇ ਹੀ ਸੋਚ ਰਿਹਾ ਸੀ। ਉਸ ਦਿਨ ਤੋਂ ਬਾਅਦ ਮੈਂ ਫਿਰ ਉਸ ਲੜਕੀ ਦੀ ਕਦੇ ਸ਼ਕਲ ਨਹੀਂ ਦੇਖ ਸਕਿਆ ਸੀ, ਕਿਉਂਕਿ ਉਹ ਫੈਜ਼ਲ ਦੇ ਘਰ ਬਿਲਕੁਲ ਠੀਕ ਸੀ ਤੇ ਮੈਨੂੰ ਫੈਜ਼ਲ ਤੇ ਪੂਰਾ ਵਿਸ਼ਵਾਸ ਸੀ। ਵੈਸੇ ਵੀ ਫੈਜ਼ਲ ਦਾ ਪਰਿਵਾਰ ਬਹੁਤ ਹੀ ਚੰਗਾ ਅਤੇ ਖੁੱਲੇ ਵਿਚਾਰਾਂ ਦਾ ਸੀ। ਵਿਆਹ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਇੱਕ ਥਾਂ ਤੇ ਉਹ ਲੜਕੀ ਦਿਖਾਈ ਵੀ ਦਿੱਤੀ ਸੀ। ਉਸ ਨੇ ਬਹੁਤ ਹੀ ਚੰਗੇ ਕੱਪੜੇ ਪਾਏ ਹੋਏ ਸਨ। ਮੈਂ ਹੈਰਾਨ ਹੋ ਗਿਆ ਅਤੇ ਇੱਕਦਮ ਉਸ ਦੇ ਨੇੜੇ ਗਿਆ ਅਤੇ ਕਿਹਾ, ਤੁਸੀਂ ਉਹੀ ਹੋ ਨਾ ਜੋ ਮੈਨੂੰ ਮਾਲ ਦੇ ਵਿੱਚ ਮਿਲੇ ਸੀ? ਮੇਰੀ ਗੱਲ ਸੁਣ ਕੇ ਉਹ ਮੁਸਕਰਾਈ ਅਤੇ ਕਹਿਣ ਲੱਗੀ, ਜੀ ਬਿਲਕੁਲ, ਤੁਸੀਂ ਮੈਨੂੰ ਪਹਿਚਾਨ ਲਿਆ। ਤਾਂ ਮੈਂ ਵੀ ਹੌਲੀ ਜਿਹੀ ਹੱਸ ਪਿਆ ਅਤੇ ਕਿਹਾ, ਹਾਂ, ਤੁਹਾਡੀਆਂ ਅੱਖਾਂ ਦੇ ਨਾਲ। ਮੇਰੀ ਇਹ ਗੱਲ ਸੁਣ ਕੇ ਉਹ ਥੋੜਾ ਮੁਸਕਰਾਈ ਅਤੇ ਮੈਂ ਧਿਆਨ ਨਾਲ ਉਸ ਨੂੰ ਦੇਖਦਾ ਰਹਿ ਗਿਆ। ਮੁਸਕਰਾਉਂਦੇ ਹੋਏ ਉਸ ਦੀਆਂ ਅੱਖਾਂ ਦੇ ਵਿੱਚ ਜਿਵੇਂ ਤਾਰੇ ਜਿਹੇ ਚਮਕ ਰਹੇ ਸਨ ਅਤੇ ਮੈਂ ਉਹਨਾਂ ਤਾਰਿਆਂ ਦੀ ਚਮਕ ਦੇ ਵਿੱਚ ਡੁੱਬ ਰਿਹਾ ਸੀ। ਕਾਫੀ ਸਮਾਂ ਦੇਖਣ ਤੋਂ ਬਾਅਦ ਜਦੋਂ ਉਹ ਨਾਰਮਲ ਹੋ ਗਈ ਤਾਂ ਮੈਂ ਆਪਣੀਆਂ ਨਜ਼ਰਾਂ ਉਸ ਤੋਂ ਹਟਾ ਲਈਆਂ। ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ। ਮੈਂ ਜੋ ਹਮੇਸ਼ਾ ਲੜਕੀਆਂ ਦੇ ਨਾਲ ਪੜਦਾ ਰਿਹਾ ਅਤੇ ਹੁਣ ਲੜਕੀਆਂ ਦੇ ਨਾਲ ਹੀ ਕੰਮ ਕਰ ਰਿਹਾ ਸੀ, ਕਦੇ ਵੀ ਕਿਸੇ ਲੜਕੀ ਨੇ ਮੈਨੂੰ ਇਸ ਤਰ੍ਹਾਂ ਪ੍ਰਭਾਵਿਤ ਨਹੀਂ ਕੀਤਾ ਸੀ ਜਿਸ ਤਰ੍ਹਾਂ ਇਸ ਲੜਕੀ ਨੇ ਕੀਤਾ ਸੀ। ਜਿਵੇਂ ਹੀ ਮੈਂ ਉਸ ਲੜਕੀ ਨੂੰ ਦੇਖਿਆ ਤਾਂ ਮੈਂ ਉਸ ਦੀਆਂ ਅੱਖਾਂ ਦੇ ਵਿੱਚ ਡੁੱਬ ਜਿਹਾ ਗਿਆ ਸੀ। ਅੱਜ ਤੱਕ ਮੇਰੇ ਨਾਲ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਸੀ ਅਤੇ ਹੁਣ ਮੇਰਾ ਜਿਵੇਂ ਆਪਣੇ ਆਪ ਤੇ ਕਾਬੂ ਨਹੀਂ ਰਿਹਾ ਸੀ। ਮੈਂ ਆਪਣੇ ਦਿਲ ਦੇ ਇਸ ਹਾਲ ਤੇ ਹੈਰਾਨ ਸੀ। ਫੈਜ਼ਲ ਦੇ ਵਿਆਹ ਦੇ ਦੌਰਾਨ ਮੈਂ ਬਾਰ-ਬਾਰ ਰਵੀਨਾ ਨੂੰ ਦੇਖਦਾ ਅਤੇ ਆਪਣੇ ਦਿਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ, ਪਰ ਮੇਰਾ ਦਿਲ ਪਹਿਲੀ ਵਾਰ ਕਿਸੇ ਲੜਕੀ ਤੇ ਆਇਆ ਸੀ। ਮੈਂ ਰਵੀਨਾ ਨੂੰ ਚਾਹੁਣ ਲੱਗਿਆ ਸੀ ਅਤੇ ਉਸ ਦਾ ਸਾਥ ਮੰਗ ਰਿਹਾ ਸੀ, ਪਰ ਮੈਂ ਇਸ ਗੱਲ ਦਾ ਇਜ਼ਹਾਰ ਕਰਨ ਦੇ ਵਿੱਚ ਝਿਜਕ ਰਿਹਾ ਸੀ। ਸ਼ਾਇਦ ਫੈਜ਼ਲ ਦੇ ਵਿਆਹ ਦੇ ਵਿੱਚ ਸੀ ਮੇਰੀ ਮਾਂ ਨੇ ਮੇਰੀ ਪਸੰਦ ਨੂੰ ਮਹਿਸੂਸ ਕਰ ਲਿਆ ਸੀ ਅਤੇ ਇੱਕ ਦਿਨ ਮੈਨੂੰ ਕਹਿਣ ਲੱਗੀ, ਬੇਟਾ ਉਹ ਲੜਕੀ ਕੌਣ ਹੈ ਜਿਸ ਨੂੰ ਤੁਸੀਂ ਬਾਰ-ਬਾਰ ਵਿਆਹ ਦੇ ਵਿੱਚ ਦੇਖ ਰਹੇ ਸੀ ਅਤੇ ਬਹਾਨੇ ਦੇ ਨਾਲ ਉਸ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਸੀ। ਮਾਂ ਨੇ ਜਦੋਂ ਮੈਨੂੰ ਇਹ ਪੁੱਛਿਆ ਤਾਂ ਮੈਂ ਇੱਕਦਮ ਸ਼ਰਮਿੰਦਾ ਹੋ ਗਿਆ। ਮੈਨੂੰ ਅਹਿਸਾਸ ਹੋ ਗਿਆ ਕਿ ਜੇਕਰ ਮਾਂ ਨੇ ਇਹ ਗੱਲ ਨੋਟ ਕੀਤੀ ਹੈ ਤਾਂ ਬਾਕੀ ਲੋਕਾਂ ਨੇ ਵੀ ਕੀਤੀ ਹੋਵੇਗੀ। ਤਾਂ ਮੈਂ ਆਪਣੇ ਆਪ ਨੂੰ ਕਾਬੂ ਦੇ ਵਿੱਚ ਕਰਕੇ ਮਾਂ ਨੂੰ ਸਾਰੀ ਸੱਚਾਈ ਦੱਸ ਦਿੱਤੀ ਅਤੇ ਰਵੀਨਾ ਦੇ ਬਾਰੇ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ, ਜਿਸ
ਇਸ ਨੂੰ ਸੁਣ ਕੇ ਮਾਂ ਚੁੱਪ ਹੋ ਗਈ। ਕਹਿਣ ਲੱਗੀ, ਅਰਮਾਨ, ਮੈਨੂੰ ਤੁਹਾਡੀ ਪਸੰਦ ਤੇ ਕੋਈ ਪ੍ਰੋਬਲਮ ਨਹੀਂ। ਉਹ ਲੜਕੀ ਬਹੁਤ ਹੀ ਖੂਬਸੂਰਤ ਅਤੇ ਪਿਆਰੀ ਹੈ। ਸਾਰੇ ਵਿਆਹ ਦੇ ਦੌਰਾਨ ਉਹ ਸਾਰਿਆਂ ਨੂੰ ਬਹੁਤ ਹੀ ਤਮੀਜ਼ ਅਤੇ ਪਿਆਰ ਦੇ ਨਾਲ ਮਿਲੀ ਸੀ ਅਤੇ ਵੈਸੇ ਵੀ ਉਹ ਮੈਨੂੰ ਅੱਜ ਕੱਲ੍ਹ ਦੀਆਂ ਲੜਕੀਆਂ ਦੀ ਤਰ੍ਹਾਂ ਸ਼ਰਾਰਤੀ ਨਹੀਂ ਲੱਗੀ। ਉਹ ਬਹੁਤ ਹੀ ਸਮਝਦਾਰ ਲੜਕੀ ਹੈ। ਪਰ ਤੁਸੀਂ ਸੋਚ ਲਓ, ਇਹ ਉਮਰ ਭਰ ਦਾ ਸਾਥ ਹੁੰਦਾ ਹੈ। ਜੇਕਰ ਤੁਸੀਂ ਰਵੀਨਾ ਦੇ ਬਾਰੇ ਸੀਰੀਅਸ ਹੋ ਤਾਂ ਤੁਹਾਨੂੰ ਉਸ ਦੇ ਬੈਕਗ੍ਰਾਉਂਡ ਦੇ ਬਾਰੇ ਵੀ ਸੀਰੀਅਸ ਹੋਣਾ ਪਵੇਗਾ। ਉਸ ਦੇ ਮਾਮਾ ਜੋ ਕਿ ਇੱਕ ਜੁਆਰੀ ਹਨ ਅਤੇ ਜੂਏ ਦੇ ਵਿੱਚ ਉਸ ਨੂੰ ਹਾਰ ਚੁੱਕੇ ਹਨ। ਜੇਕਰ ਉਸਨੇ ਆਪਣੇ ਮਾਮਾ ਤੋਂ ਰਿਸ਼ਤਾ ਤੋੜ ਵੀ ਲਿਆ ਤਾਂ ਵੀ ਕੀ ਗਰੰਟੀ ਹੈ ਕਿ ਕੱਲ ਨੂੰ ਉਹ ਉਸ ਨੂੰ ਤੰਗ ਨਹੀਂ ਕਰਨਗੇ। ਤੁਸੀਂ ਇੱਕ ਵਾਰ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਜ਼ਰੂਰ ਸੋਚ ਲਓ, ਕਿਉਂਕਿ ਜ਼ਿੰਦਗੀ ਭਰ ਦੇ ਮਾਮਲਿਆਂ ਦੇ ਬਾਰੇ ਇਸ ਤਰ੍ਹਾਂ ਹੀ ਫੈਸਲਾ ਨਹੀਂ ਲਿਆ ਜਾਂਦਾ। ਮਾਂ ਨੇ ਮੇਰੇ ਸਾਹਮਣੇ ਸਾਰੀ ਸਥਿਤੀ ਰੱਖ ਦਿੱਤੀ, ਇੱਕ ਅਜਿਹੀ ਸੱਚਾਈ ਜਿਸ ਤੋਂ ਮੈਂ ਲੁਕਣ ਲੱਗ ਗਿਆ ਸੀ। ਪਰ ਮੈਂ ਕੀ ਕਰਦਾ? ਮੈਂ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਕਿਸੇ ਲੜਕੀ ਨੂੰ ਦਿਲ ਦੇ ਬੈਠਾ ਸੀ ਅਤੇ ਮੇਰੇ ਦਿਲ ਦੇ ਵਿੱਚ ਉਹੀ ਸੀ। ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਰਵੀਨਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰ ਲਵਾਂ। ਮੈਂ ਇਸ ਮਾਮਲੇ ਦੇ ਬਾਰੇ ਬਹੁਤ ਸੋਚਿਆ ਅਤੇ ਫਿਰ ਇੱਕ ਫੈਸਲਾ ਕੀਤਾ। ਮੈਂ ਸੋਚ ਲਿਆ ਸੀ ਕਿ ਮੈਂ ਸਭ ਤੋਂ ਪਹਿਲਾਂ ਰਵੀਨਾ ਦੇ ਨਾਲ ਇਸ ਬਾਰੇ ਗੱਲ ਕਰਾਂਗਾ ਅਤੇ ਦੇਖਾਂਗਾ ਕਿ ਕੀ ਉਸ ਨੂੰ ਮੈਂ ਪਸੰਦ ਹਾਂ ਜਾਂ ਨਹੀਂ। ਅਤੇ ਫਿਰ ਇੱਕ ਦਿਨ ਮੈਂ ਸੋਚ ਸਮਝ ਕੇ ਫੈਜ਼ਲ ਦੇ ਘਰ ਜਾਣ ਦਾ ਫੈਸਲਾ ਕੀਤਾ। ਰਵੀਨਾ ਅਜੇ ਵੀ ਉੱਥੇ ਹੀ ਸੀ ਅਤੇ ਉਸਦੇ ਪਰਿਵਾਰ ਵਾਲਿਆਂ ਦੇ ਨਾਲ ਉਸ ਦਾ ਦਿਲ ਲੱਗ ਚੁੱਕਿਆ ਸੀ। ਮੈਂ ਫੈਜ਼ਲ ਨੂੰ ਕਹਿ ਕੇ ਥੋੜੇ ਸਮੇਂ ਦੇ ਲਈ ਰਵੀਨਾ ਨੂੰ ਘਰ ਤੋਂ ਬਾਹਰ ਲੈ ਆਇਆ। ਉਹ ਘਬਰਾ ਕੇ ਪੁੱਛਣ ਲੱਗੀ, ਕੀ ਹੋਇਆ? ਸਭ ਕੁਝ ਠੀਕ ਤਾਂ ਹੈ? ਤੁਸੀਂ ਮੈਨੂੰ ਅਚਾਨਕ ਕਿੱਥੇ ਲੈ ਕੇ ਜਾ ਰਹੇ ਹੋ? ਮੈਂ ਉਸ ਨੂੰ ਕਿਹਾ ਕਿ ਤੁਸੀਂ ਥੋੜਾ ਸਮਾਂ ਚੁੱਪ ਤਾਂ ਰਹੋ, ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਅਤੇ ਅਸੀਂ ਇੱਥੇ ਨੇੜੇ ਤੇੜੇ ਕਿਸੇ ਰੈਸਟੋਰੈਂਟ ਦੇ ਵਿੱਚ ਜਾ ਰਹੇ ਹਾਂ। ਕੁਝ ਖਾਵਾਂਗੇ ਅਤੇ ਨਾਲ ਕੁਝ ਗੱਲਾਂ ਕਰਾਂਗੇ। ਮੈਂ ਉਸ ਨੂੰ ਕਿਹਾ ਤਾਂ ਉਹ ਚੁੱਪ ਹੋ ਗਈ ਅਤੇ ਅਸੀਂ ਦੋਵੇਂ ਚੁੱਪ ਹੋ ਗਏ। ਤਾਂ ਮੈਂ ਅਚਾਨਕ ਇੱਕ ਸਾਹਮਣੇ ਹੋਟਲ ਦੀ ਪਾਰਕਿੰਗ ਦੇ ਵਿੱਚ ਗੱਡੀ ਖੜੀ ਕੀਤੀ ਅਤੇ ਰਵੀਨਾ ਨੂੰ ਲੈ ਕੇ ਅੰਦਰ ਆ ਗਿਆ। ਇੱਕ ਕੋਨੇ ਵਾਲੇ ਟੇਬਲ ਦੇ ਵਿੱਚ ਅਸੀਂ ਦੋਨੋਂ ਆਪਣੇ ਸਾਹਮਣੇ ਬੈਠ ਗਏ। ਚਾਰੇ ਪਾਸੇ ਮਾਹੌਲ ਬਹੁਤ ਰੋਮਾਂਟਿਕ ਹੋ ਰਿਹਾ ਸੀ। ਹਲਕਾ ਹਲਕਾ ਮਿਊਜ਼ਿਕ ਅਤੇ ਹਲਕੀ ਜਿਹੀ ਰੌਸ਼ਨੀ ਅਤੇ ਕੁਝ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਰਵੀਨਾ ਕਨਫਿਊਜ਼ ਹੋ ਕੇ ਕਹਿਣ ਲੱਗੀ, ਕਹੋ ਅਰਮਾਨ, ਤੁਸੀਂ ਕੀ ਕਹਿਣਾ ਹੈ? ਤੁਸੀਂ ਇਹ ਗੱਲ ਫੈਜ਼ਲ ਦੇ ਘਰ ਦੇ ਵਿੱਚ ਵੀ ਕਰ ਸਕਦੇ ਸੀ। ਇੱਥੇ ਆਉਣ ਦੀ ਕੀ ਜ਼ਰੂਰਤ ਸੀ? ਜਦੋਂ ਕਿ ਮੈਂ ਉਸ ਨੂੰ ਕਿਹਾ ਕਿ ਉਹ ਗੱਲ ਇੰਨੀ ਖਾਸ ਹੈ ਕਿ ਉਹ ਕਿਸੇ ਖਾਸ ਥਾਂ ਤੇ ਹੀ ਕੀਤੀ ਜਾ ਸਕਦੀ ਸੀ। ਇਸ ਕਰਕੇ ਮੈਂ ਚਾਹੁੰਦਾ ਸੀ ਕਿ ਸਿਰਫ ਤੁਸੀਂ ਅਤੇ ਮੈਂ ਹੀ ਹੋ ਅਤੇ ਹੋਰ ਕੋਈ ਇਸ ਦੇ ਵਿੱਚ ਸ਼ਾਮਿਲ ਨਾ ਹੋਵੇ। ਮੇਰੀ ਗੱਲ ਸੁਣ ਕੇ ਉਸਦੇ ਚਿਹਰੇ ਤੇ ਘਬਰਾਹਟ ਜਿਹੀ ਆ ਗਈ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਮੇਰੀ ਗੱਲ ਦਾ ਮਤਲਬ ਸਮਝ ਗਈ ਹੋਵੇ। ਉਸਨੇ ਆਪਣੀਆਂ ਅੱਖਾਂ ਝੁਕਾ ਲਈਆਂ ਅਤੇ ਚੁੱਪਚਾਪ ਨੀਵੀਂ ਪਾ ਕੇ ਬੈਠ ਗਈ। ਮੈਂ ਉਸ ਨੂੰ ਬਹੁਤ ਧਿਆਨ ਦੇ ਨਾਲ ਦੇਖ ਰਿਹਾ ਸੀ। ਮੈਂ ਕਿਹਾ, ਰਵੀਨਾ, ਮੈਂ ਨਹੀਂ ਜਾਣਦਾ ਕਿ ਤੁਸੀਂ ਉਸ ਦਿਨ ਮੇਰੇ ਨਾਲ ਕਿਉਂ ਟਕਰਾਈ ਸੀ ਅਤੇ ਕਿਸਮਤ ਦੇ ਵਿੱਚ ਕੀ ਲਿਖਿਆ ਹੋਇਆ ਸੀ, ਪਰ ਮੈਂ ਇਹ ਜਾਣਦਾ ਹਾਂ ਕਿ ਮੈਂ ਜਿਸ ਦਿਨ ਤੋਂ ਤੁਹਾਨੂੰ ਦੇਖਿਆ, ਮੈਂ ਉਸ ਦਿਨ ਤੋਂ ਤੁਹਾਨੂੰ ਚਾਹੁਣ ਲੱਗਿਆ ਹਾਂ ਅਤੇ ਹੁਣ ਤੁਹਾਡੇ ਬਿਨਾਂ ਮੈਂ ਇੱਕ ਪਲ ਵੀ ਨਹੀਂ ਰਹਿ ਸਕਦਾ। ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਕੀ ਤੁਸੀਂ ਇਸ ਗੱਲ ਦੇ ਲਈ ਤਿਆਰ ਹੋ? ਮੈਂ ਰਵੀਨਾ ਨੂੰ ਪ੍ਰਪੋਜ਼ ਕਰਦੇ ਹੋਏ ਉਸ ਦੀ ਰਾਏ ਪੁੱਛੀ ਤਾਂ ਉਸ ਦੇ ਚਿਹਰੇ ਤੇ ਕਈ ਰੰਗ ਉਤਰ ਆਏ ਸਨ। ਥੋੜੇ ਸਮੇਂ ਬਾਅਦ ਉਸਨੇ ਸ਼ਰਮਾਉਂਦੇ ਹੋਏ ਸਿਰ ਝੁਕਾ ਲਿਆ ਤੇ ਕਹਿਣ ਲੱਗੀ, ਅਰਮਾਨ, ਸੱਚ ਤਾਂ ਇਹ ਹੈ ਕਿ ਮੈਂ ਖੁਦ ਤੁਹਾਨੂੰ ਚਾਹੁਣ ਲੱਗੀ ਸੀ, ਪਰ ਮੈਂ ਡਰਦੀ ਸੀ ਕਿਉਂਕਿ ਮੈਂ ਇੱਕ ਬਹੁਤ ਹੀ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹਾਂ। ਮੇਰਾ ਬੈਕਗ੍ਰਾਉਂਡ ਬਹੁਤ ਖਰਾਬ ਹੈ ਅਤੇ ਤੁਸੀਂ ਇੱਕ ਚੰਦ ਹੋ ਜਿਸ ਨੂੰ ਪਾਉਣ ਦੀ ਇੱਛਾ ਤਾਂ ਮੈਂ ਰੱਖ ਸਕਦੀ ਸੀ, ਪਰ ਪਾ ਨਹੀਂ ਸਕਦੀ ਸੀ। ਰਵੀਨਾ ਦੀ ਇਸ ਗੱਲ ਨੇ ਜਿਵੇਂ ਮੇਰੇ ਅੰਦਰ ਖੁਸ਼ੀ ਭਰ ਦਿੱਤੀ ਸੀ। ਮੈਂ ਕਿਹਾ ਕਿ ਜੇਕਰ ਤੁਹਾਡੇ ਮਾਮਾ ਇਸ ਰਿਸ਼ਤੇ ਦੇ ਵਿਚਕਾਰ ਆਏ ਤਾਂ ਤੁਸੀਂ ਕੀ ਕਰੋਗੇ? ਕੀ ਤੁਸੀਂ ਉਹਨਾਂ ਨਾਲ ਰਿਸ਼ਤਾ ਰੱਖਣਾ ਚਾਹੁੰਦੇ ਹੋ? ਕੀ ਤੁਸੀਂ ਉਹਨਾਂ ਨੂੰ ਇਸ ਰਿਸ਼ਤੇ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ? ਤਾਂ ਉਹ ਮੇਰੀ ਗੱਲ ਸੁਣ ਕੇ ਨਾਂ ਦੇ ਵਿੱਚ ਸਿਰ ਹਿਲਾਉਣ ਲੱਗੀ, ਕਹਿਣ ਲੱਗੀ, ਨਹੀਂ, ਮੈਂ ਕਿਸੇ ਵੀ ਤਰ੍ਹਾਂ ਆਪਣੇ ਮਾਮਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਨਹੀਂ ਕਰਨਾ ਚਾਹੁੰਦੀ, ਕਿਉਂਕਿ ਮੈਂ ਜਾਣਦੀ ਹਾਂ ਕਿ ਉਹ ਮੈਨੂੰ ਕਦੇ ਵੀ ਤੰਗ ਕਰਨ ਤੋਂ ਨਹੀਂ ਰੁਕਣਗੇ ਅਤੇ ਮੈਂ ਨਹੀਂ ਚਾਹੁੰਦੀ ਕਿ ਮੇਰੀ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਦੁਬਾਰਾ ਤੋਂ ਆਉਣ। ਜਦੋਂ ਮੈਂ ਹੁਣ ਇਸ ਦਲਦਲ ਤੋਂ ਬਾਹਰ ਆ ਗਈ ਹਾਂ ਤਾਂ ਮੈਂ ਦੁਬਾਰਾ ਉਸ ਮਾਹੌਲ ਦੇ ਵਿੱਚ ਨਹੀਂ ਜਾਣਾ ਚਾਹੁੰਦੀ। ਇਸ ਕਰਕੇ ਤੁਸੀਂ ਮਾਮਾ ਨੂੰ ਭੁੱਲ ਜਾਓ ਅਤੇ ਦੁਨੀਆ ਦੇ ਵਿੱਚ ਮੇਰਾ ਕੋਈ ਹੋਰ ਰਿਸ਼ਤਾ ਵੀ ਨਹੀਂ ਹੈ। ਉਸ ਨੇ ਇਹ ਕਹਿੰਦੇ ਹੋਏ ਮੇਰੇ ਵੱਲ ਦੇਖਿਆ ਤਾਂ ਮੈਂ ਸਿਰ ਹਿਲਾਇਆ। ਤਾਂ ਠੀਕ ਹੈ, ਜੇਕਰ ਤੁਸੀਂ ਵਾਪਸ ਨਹੀਂ ਜਾਣਾ ਚਾਹੁੰਦੇ ਤਾਂ ਮਾਮਾ ਦੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੇ ਤਾਂ ਅਸੀਂ ਜਲਦੀ ਹੀ ਵਿਆਹ ਕਰ ਲਵਾਂਗੇ। ਮੈਂ ਜਲਦੀ ਹੀ ਘਰ ਦੇ ਵਿੱਚ ਗੱਲ ਕਰ ਲਈ ਅਤੇ ਮੇਰੀ ਮਾਂ ਨੂੰ ਸਿਰਫ ਇਸ ਗੱਲ ਤੇ ਪ੍ਰੋਬਲਮ ਸੀ ਕਿ ਤੁਹਾਡੇ ਮਾਮਾ ਕੀ ਕਹਿਣਗੇ, ਉਹ ਤੁਹਾਡੇ ਵਿਆਹ ਦੇ ਵਿੱਚ ਸ਼ਾਮਿਲ ਹੋਣਗੇ ਜਾਂ ਨਹੀਂ, ਕਿਉਂਕਿ ਤੁਹਾਡੇ ਮਾਮਾ ਦਾ ਬੈਕਗ੍ਰਾਉਂਡ ਤਾਂ ਸਾਰਿਆਂ ਦੇ ਸਾਹਮਣੇ ਹੈ। ਪਰ ਜਦੋਂ ਹੁਣ
ਤੁਸੀਂ ਉਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੀ ਤਾਂ ਸਾਨੂੰ ਵੀ ਇਸ ਗੱਲ ਤੇ ਕੋਈ ਪ੍ਰੋਬਲਮ ਨਹੀਂ ਹੈ। ਜਲਦੀ ਹੀ ਮਾਂ ਨੂੰ ਤੁਹਾਡੇ ਕੋਲ ਭੇਜਾਂਗਾ। ਮੈਂ ਇਹ ਕਹਿੰਦੇ ਹੋਏ ਰਵੀਨਾ ਦੇ ਵੱਲ ਦੇਖਿਆ ਤਾਂ ਉਸਨੇ ਸ਼ਰਮਾ ਕੇ ਸਿਰ ਝੁਕਾ ਲਿਆ। ਕੁਝ ਸਮੇਂ ਬਾਅਦ ਅਸੀਂ ਦੋਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਖਾਣਾ ਖਾਧਾ ਅਤੇ ਇੱਕ ਲੰਬੀ ਡਰਾਈਵ ਤੋਂ ਬਾਅਦ ਮੈਂ ਰਵੀਨਾ ਨੂੰ ਫੈਜ਼ਲ ਦੇ ਘਰ ਛੱਡ ਦਿੱਤਾ। ਹੁਣ ਜਿੱਥੋਂ ਮੈਂ ਰਵੀਨਾ ਨੂੰ ਹਮੇਸ਼ਾ ਦੇ ਲਈ ਆਪਣੇ ਘਰ ਲੈ ਕੇ ਜਾਣਾ ਸੀ, ਕਿਉਂਕਿ ਮੈਂ ਹੁਣ ਉਸਨੂੰ ਇੱਥੇ ਜ਼ਿਆਦਾ ਦਿਨ ਰੱਖਣਾ ਨਹੀਂ ਚਾਹੁੰਦਾ ਸੀ। ਰਵੀਨਾ ਹੁਣ ਮੇਰੀ ਅਮਾਨਤ ਸੀ ਅਤੇ ਮੈਂ ਆਪਣੀ ਅਮਾਨਤ ਨੂੰ ਸੰਭਾਲਣਾ ਚੰਗੀ ਤਰ੍ਹਾਂ ਜਾਣਦਾ ਸੀ। ਇਸ ਕਰਕੇ ਮੈਂ ਜਲਦੀ ਹੀ ਆਪਣੀ ਮਾਂ ਦੇ ਨਾਲ ਸਾਰੀ ਗੱਲ ਕਰ ਲਈ। ਮੇਰੀ ਮਾਂ ਤਾਂ ਇਸ ਰਿਸ਼ਤੇ ਦੇ ਲਈ ਰਾਜੀ ਸੀ, ਕਿਉਂਕਿ ਉਹਨਾਂ ਨੂੰ ਰਵੀਨਾ ਬਹੁਤ ਚੰਗੀ ਲੱਗੀ ਸੀ। ਪਰ ਮੇਰੇ ਪਾਪਾ ਚਾਹੁੰਦੇ ਸਨ ਕਿ ਮੇਰਾ ਰਿਸ਼ਤਾ ਇੱਕ ਹਾਈ ਸੁਸਾਇਟੀ ਦੇ ਵਿੱਚ ਹੋਵੇ, ਕਿਉਂਕਿ ਮੇਰੇ ਬਾਕੀ ਭੈਣ ਭਰਾਵਾਂ ਦਾ ਰਿਸ਼ਤਾ ਵੀ ਇਸੇ ਤਰ੍ਹਾਂ ਹੀ ਹੋਇਆ ਸੀ। ਪਰ ਮਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਪਾਪਾ ਨੂੰ ਮਨਾ ਲਿਆ ਸੀ ਅਤੇ ਅੱਜ ਮੈਂ ਰਵੀਨਾ ਨੂੰ ਵਿਆਹੁਣ ਦੇ ਲਈ ਫੈਜ਼ਲ ਦੇ ਘਰ ਜਾ ਰਿਹਾ ਸੀ। ਸਧਾਰਨ ਤਰੀਕੇ ਨਾਲ ਵਿਆਹ ਹੋਣਾ ਸੀ ਅਤੇ ਬਾਅਦ ਦੇ ਵਿੱਚ ਅਸੀਂ ਪਾਰਟੀ ਬਹੁਤ ਵਧੀਆ ਤਰੀਕੇ ਦੇ ਨਾਲ ਕਰਦੇ। ਰਵੀਨਾ ਦੇ ਵੱਲੋਂ ਫੈਜ਼ਲ ਦੇ ਘਰ ਵਾਲੇ ਹੀ ਉਸ ਦੇ ਘਰ ਵਾਲੇ ਸਨ ਅਤੇ ਉਹਨਾਂ ਨੇ ਉਸ ਨੂੰ ਇੱਕ ਬੇਟੀ ਦੀ ਤਰ੍ਹਾਂ ਹੀ ਵਿਦਾ ਕੀਤਾ ਸੀ। ਰਵੀਨਾ ਵਿਦਾ ਹੋ ਕੇ ਮੇਰੇ ਘਰ ਆ ਗਈ ਸੀ ਅਤੇ ਮੈਨੂੰ ਆਪਣੀ ਕਿਸਮਤ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਕਿਸਮਤ ਨੇ ਮੇਰੀ ਜ਼ਿੰਦਗੀ ਨੂੰ ਸ਼ਾਪਿੰਗ ਮਾਲ ਦੇ ਵਿੱਚ ਹੋਈ ਇੱਕ ਟੱਕਰ ਦੇ ਨਾਲ ਬਦਲ ਦਿੱਤਾ ਸੀ। ਉੱਥੇ ਅਚਾਨਕ ਮਿਲਣ ਵਾਲੀ ਲੜਕੀ ਮੇਰੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਹੋ ਚੁੱਕੀ ਸੀ। ਮੈਂ ਇਹ ਸੋਚ ਵੀ ਨਹੀਂ ਸਕਦਾ ਸੀ ਕਿ ਸ਼ਾਪਿੰਗ ਕਰਨ ਜਾਂਦੇ ਸਮੇਂ ਮੈਨੂੰ ਕਿਸੇ ਲੜਕੀ ਦੇ ਨਾਲ ਪਿਆਰ ਹੋ ਜਾਵੇਗਾ ਅਤੇ ਉਹ ਵੀ ਇੰਨਾ ਜ਼ਿਆਦਾ ਹੋਵੇਗਾ ਕਿ ਫਿਰ ਮੈਂ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰੇ ਬਿਨਾਂ ਨਹੀਂ ਰਹਿ ਸਕਾਂਗਾ। ਅਤੇ ਅੱਜ ਰਵੀਨਾ ਮੇਰੇ ਕਮਰੇ ਦੇ ਵਿੱਚ ਮੌਜੂਦ ਸੀ ਅਤੇ ਮੈਂ ਰਵੀਨਾ ਨੂੰ ਹਾਸਿਲ ਕਰਕੇ ਬਹੁਤ ਜ਼ਿਆਦਾ ਖੁਸ਼ ਅਤੇ ਸੰਤੁਸ਼ਟ ਸੀ। ਉਹ ਪਹਿਲੀ ਲੜਕੀ ਸੀ ਜਿਸ ਨੇ ਮੇਰੇ ਦਿਲ ਦੇ ਵਿੱਚ ਜਗ੍ਹਾ ਬਣਾਈ ਸੀ ਅਤੇ ਫਿਰ ਮੈਂ ਉਸ ਤੋਂ ਅਲੱਗ ਹੋਣ ਦੇ ਬਾਰੇ ਸੋਚਿਆ ਹੀ ਨਹੀਂ ਸੀ। ਮੈਂ ਜਲਦੀ ਨਾਲ ਆਪਣੇ ਕਮਰੇ ਦੇ ਵਿੱਚ ਆਇਆ ਸੀ ਅਤੇ ਰਵੀਨਾ ਤੇ ਆਪਣਾ ਪਿਆਰ ਲੁਟਾਉਣਾ ਚਾਹੁੰਦਾ ਸੀ, ਪਰ ਜਿਵੇਂ ਹੀ ਮੈਂ ਉਸ ਦੇ ਨੇੜੇ ਹੋਇਆ ਤਾਂ ਉਸਨੇ ਮੈਨੂੰ ਆਪਣੇ ਆਪ ਤੋਂ ਦੂਰ ਧੱਕਾ ਦਿੱਤਾ ਅਤੇ ਜੋ ਸੱਚਾਈ ਉਸਨੇ ਮੈਨੂੰ ਦੱਸੀ ਸੀ, ਮੇਰੇ ਹੋਸ਼ ਉੱਡ ਗਏ ਸਨ। ਉਸ ਦਾ ਕਹਿਣਾ ਸੀ ਕਿ ਉਹ ਆਪਣੇ ਮੁਹੱਲੇ ਦੇ ਵਿੱਚ ਇੱਕ ਲੜਕੇ ਦੇ ਨਾਲ ਪਿਆਰ ਕਰਦੀ ਸੀ। ਉਹ ਲੜਕਾ ਉਸਨੂੰ ਇਸ ਵਾਅਦੇ ਤੇ ਛੱਡ ਕੇ ਅਮਰੀਕਾ ਚਲਾ ਗਿਆ ਕਿ ਉਹ ਜਲਦੀ ਹੀ ਵਾਪਸ ਆਵੇਗਾ ਅਤੇ ਉਸ ਦੇ ਨਾਲ ਵਿਆਹ ਕਰੇਗਾ, ਪਰ ਇਸ ਤੋਂ ਪਹਿਲਾਂ ਹੀ ਉਸ ਦੇ ਮਾਮਾ ਨੇ ਉਸ ਨੂੰ ਜੂਏ ਦੇ ਵਿੱਚ ਹਾਰ ਦਿੱਤਾ ਅਤੇ ਮੇਰਾ ਵਿਆਹ ਉਸ ਬੁੱਢੇ ਦੇ ਨਾਲ ਕਰਵਾਉਣਾ ਚਾਹੁੰਦੇ ਸਨ। ਉਹ ਉਸ ਲੜਕੇ ਦਾ ਇੰਤਜ਼ਾਰ ਕਰਨਾ ਚਾਹੁੰਦੀ ਸੀ ਅਤੇ ਉਸ ਦੇ ਲਈ ਉਸ ਨੇ ਕੁਝ ਨਾ ਕੁਝ ਤਾਂ ਕਰਨਾ ਹੀ ਸੀ। ਅਤੇ ਉਸ ਦਿਨ ਜਦੋਂ ਉਸਨੇ ਮੈਨੂੰ ਮਾਰਕੀਟ ਦੇ ਵਿੱਚ ਦੇਖਿਆ ਤਾਂ ਉਸ ਦੇ ਦਿਮਾਗ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਝੂਠਾ ਮੂਠਾ ਆਪਣੇ ਮਾਮਾ ਨੂੰ ਕਹਿ ਦਿੱਤਾ ਕਿ ਮੈਂ ਇਸ ਲੜਕੇ ਨਾਲ ਪਿਆਰ ਕਰਦੀ ਹਾਂ ਅਤੇ ਮੈਂ ਉਸ ਦੀਆਂ ਗੱਲਾਂ ਦੇ ਵਿੱਚ ਆ ਗਿਆ ਸੀ। ਉਸ ਨੂੰ ਆਪਣੇ ਨਾਲ ਲਿਆਇਆ ਅਤੇ ਉਸ ਨੂੰ ਉਸ ਦੇ ਮਾਮਾ ਤੋਂ ਛੁਟਕਾਰਾ ਵੀ ਦਿਵਾਇਆ। ਉਸ ਦੇ ਨਾਲ ਵਿਆਹ ਕਰਕੇ ਉਸ ਨੂੰ ਆਪਣੀ ਪਤਨੀ ਵੀ ਬਣਾਇਆ। ਪਰ ਅੱਜ ਰਾਜ ਰਵੀਨਾ ਨੇ ਮੈਨੂੰ ਦੱਸਿਆ ਸੀ, ਮੇਰੇ ਪੂਰੇ ਸਰੀਰ ਦੇ ਵਿੱਚ ਗੁੱਸਾ ਭਰ ਗਿਆ ਸੀ। ਉਸਨੇ ਕਿੰਨੀ ਆਸਾਨੀ ਦੇ ਨਾਲ ਮੈਨੂੰ ਵਰਤ ਲਿਆ ਸੀ, ਮੈਨੂੰ ਬੇਵਕੂਫ ਬਣਾਇਆ ਸੀ। ਜੋ ਕਹਾਣੀ ਉਸਨੇ ਸੁਣਾਈ ਸੀ ਉਸ ਨੂੰ ਸੁਣ ਕੇ ਮੇਰਾ ਜੀ ਚਾਹੁੰਦਾ ਸੀ ਕਿ ਹੁਣੇ ਦੀ ਹੁਣੇ ਮੈਂ ਉਸਦਾ ਗਲਾ ਦਬਾ ਦਿਆਂ। ਮੈਂ ਗੁੱਸੇ ਦੇ ਨਾਲ ਰਵੀਨਾ ਦੇ ਵੱਲ ਵਧਿਆ। ਮੈਨੂੰ ਆਪਣੇ ਵੱਲ ਵੱਧਦਾ ਦੇਖ ਕੇ ਰਵੀਨਾ ਘਬਰਾ ਗਈ ਸੀ। ਕਹਿਣ ਲੱਗੀ, ਰਮਾਨ, ਮੇਰੇ ਨੇੜੇ ਨਾ ਆਇਓ, ਮੈਂ ਕਿਸੇ ਹੋਰ ਦੀ ਇਮਾਨਤ ਹਾਂ। ਮੈਂ ਕਿਹਾ ਕਿਸੇ ਹੋਰ ਦੀ ਅਮਾਨਤ ਸੀ, ਪਰ ਹੁਣ ਤੁਸੀਂ ਮੇਰੇ ਹੋ। ਪੂਰੇ ਰੀਤੀ ਰਿਵਾਜਾਂ ਦੇ ਨਾਲ ਮੈਂ ਤੁਹਾਨੂੰ ਆਪਣੀ ਪਤਨੀ ਸਵੀਕਾਰ ਕੀਤਾ ਹੈ ਅਤੇ ਉਹਨਾਂ ਰੀਤੀ ਰਿਵਾਜਾਂ ਦੇ ਅਨੁਸਾਰ ਹੀ ਅੱਜ ਸਾਡੀ ਪਹਿਲੀ ਰਾਤ ਹੈ ਅਤੇ ਇਹ ਰਸਮ ਵੀ ਨਿਭਾਉਣੀ ਜ਼ਰੂਰੀ ਹੈ। ਵਿਆਹ ਦੀ ਪਹਿਲੀ ਰਾਤ ਹੈ ਤਾਂ ਸੁਹਾਗ ਰਾਤ ਮਨਾਉਣੀ ਵੀ ਜ਼ਰੂਰੀ ਹੈ। ਇਹ ਕਹਿ ਕੇ ਮੈਂ ਆਪਣੀ ਸ਼ਰਟ ਦੇ ਬਟਨ ਖੋਲ੍ਹਣੇ ਸ਼ੁਰੂ ਕਰ ਦਿੱਤੇ ਸਨ ਅਤੇ ਮੇਰੀ ਇਸ ਹਰਕਤ ਤੇ ਰਵੀਨਾ ਕੰਬਣ ਲੱਗੀ ਸੀ। ਕਹਿਣ ਲੱਗੀ, ਪਲੀਜ਼ ਅਰਮਾਨ, ਮੇਰੇ ਨੇੜੇ ਨਾ ਆਇਓ। ਮੈਂ ਆਪਣੇ ਪਿਆਰ ਨੂੰ ਕੀ ਮੂੰਹ ਦਿਖਾਵਾਂਗੀ? ਮੈਂ ਅੱਜ ਤੱਕ ਉਸ ਦੇ ਨਾਮ ਤੇ ਆਪਣੇ ਆਪ ਨੂੰ ਸੰਭਾਲ ਕੇ ਰੱਖਿਆ ਹੈ, ਪਰ ਮੇਰੀਆਂ ਅੱਖਾਂ ਦੇ ਵਿੱਚ ਤਾਂ ਜਨੂਨ ਸੀ। ਧੋਖਾ ਰਵੀਨਾ ਨੇ ਮੈਨੂੰ ਦਿੱਤਾ ਸੀ। ਮੈਂ ਕਿਸੇ ਹਾਲਤ ਦੇ ਵਿੱਚ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਸੀ ਅਤੇ ਹੁਣ ਇਹ ਗੁੱਸਾ ਅਤੇ ਇਹ ਜਨੂਨ ਰਵੀਨਾ ਤੇ ਹੀ ਨਿਕਲਣਾ ਸੀ। ਮੈਂ ਸ਼ਰਟ ਉਤਾਰ ਕੇ ਦੂਰ ਸੁੱਟ ਦਿੱਤੀ ਅਤੇ ਰਵੀਨਾ ਨੂੰ ਖਿੱਚ ਕੇ ਆਪਣੇ ਬਾਹਾਂ ਦੇ ਵਿੱਚ ਲੈ ਲਿਆ। ਮੇਰੇ ਅਜਿਹਾ ਕਰਨ ਤੇ ਰਵੀਨਾ ਆਪਣੇ ਆਪ ਨੂੰ ਮੇਰੇ ਤੋਂ ਛੁਡਾਉਣ ਲੱਗੀ, ਪਰ ਮੈਂ ਇੱਕ ਹੱਟਾ ਕੱਟਾ ਨੌਜਵਾਨ ਤੇ ਉਹ ਇੱਕ ਨਰਮ ਜਿਹੀ ਕੁੜੀ। ਕੁਝ ਸਮੇਂ ਤੱਕ ਉਹ ਮੇਰੀਆਂ ਬਾਹਾਂ ਚੋਂ ਨਿਕਲਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਜਦੋਂ ਉਸ ਨੂੰ ਲੱਗਿਆ ਕਿ ਸਭ ਕੁਝ ਬੇਕਾਰ ਹੈ ਤਾਂ ਹੁਣ ਉਹ ਮੇਰੀਆਂ ਬਾਹਾਂ ਦੇ ਵਿੱਚੋਂ ਨਿਕਲ ਨਹੀਂ ਸਕਦੀ ਤਾਂ ਉਸਨੇ ਆਪਣੇ ਆਪ ਨੂੰ ਢਿੱਲਾ ਛੱਡ ਦਿੱਤਾ ਸੀ। ਮੈਂ ਹੌਲੀ ਹੌਲੀ ਉਸ ਤੋਂ ਆਪਣਾ ਹੱਕ ਵਸੂਲ ਕਰਨ ਲੱਗਿਆ ਸੀ। ਰਾਤ ਹੌਲੀ ਹੌਲੀ ਲੰਘਦੀ ਜਾ ਰਹੀ ਸੀ ਅਤੇ ਰਵੀਨਾ ਹੁਣ ਪੂਰੀ ਤਰ੍ਹਾਂ ਮੇਰੀ ਹੋ ਚੁੱਕੀ ਸੀ। ਸਵੇਰੇ ਮੇਰੀ ਅੱਖ ਕਿਸੇ ਦਾ ਰੋਣਾ ਸੁਣ ਕੇ ਖੁੱਲੀ ਸੀ। ਮੈਂ ਦੇਖਿਆ ਕਿ ਰਵੀਨਾ ਬੈੱਡ ਦੇ ਕੋਨੇ ਦੇ ਵਿੱਚ ਬੈਠੀ ਰੋ ਰਹੀ ਸੀ। ਰੋਣ ਦੇ ਕਾਰਨ ਉਸ ਦੀਆਂ ਅੱਖਾਂ ਲਾਲ ਹੋ ਰਹੀਆਂ ਸਨ। ਇੱਕ ਪਲ ਦੇ ਲਈ ਮੈਨੂੰ ਉਸ ਤੇ ਤਰਸ ਵੀ ਆਇਆ, ਪਰ ਫਿਰ ਉਸ ਦੀ ਰਾਤ ਵਾਲੀ ਦੱਸੀ ਹੋਈ ਕਹਾਣੀ ਨੂੰ ਯਾਦ ਕਰਕੇ ਮੈਨੂੰ ਉਸ ਤੇ ਫਿਰ ਤੋਂ ਗੁੱਸਾ ਆਇਆ ਸੀ। ਮੈਂ ਉਸ ਨੂੰ ਹੌਲੀ ਜਿਹੀ ਆਪਣੇ ਨੇੜੇ ਖਿੱਚਿਆ ਤੇ ਕਿਹਾ, ਆਪਣੇ
ਆਪਣੇ ਦਿਮਾਗ ਦੇ ਵਿੱਚ ਉਸ ਲੜਕੇ ਦਾ ਖਿਆਲ ਕੱਢ ਦਿਓ। ਹੁਣ ਜੋ ਕੁਝ ਵੀ ਹਾਂ, ਮੈਂ ਹੀ ਸਿਰਫ ਤੁਹਾਡਾ ਹਾਂ ਸਮਝੀ। ਉਸਨੇ ਮੈਨੂੰ ਦੂਰ ਧੱਕਿਆ ਤੇ ਕਿਹਾ ਕਿ ਤੁਸੀਂ ਬਹੁਤ ਬੁਰੇ ਹੋ, ਤੁਸੀਂ ਮੈਨੂੰ ਤਕਲੀਫ ਦਿੱਤੀ, ਮੇਰੇ ਤੋਂ ਜ਼ਬਰਦਸਤੀ ਆਪਣਾ ਹੱਕ ਵਸੂਲਿਆ। ਉਸ ਦੀ ਗੱਲ ਸੁਣ ਕੇ ਮੈਨੂੰ ਵੀ ਗੁੱਸਾ ਆਇਆ, ਪਰ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਉਸ ਨੂੰ ਕਿਹਾ ਕਿ ਜੇਕਰ ਮੈਂ ਬੁਰਾ ਹਾਂ, ਜੇਕਰ ਮੈਂ ਆਪਣਾ ਹੱਕ ਲਿਆ ਤਾਂ ਇਹ ਮੇਰੀ ਗਲਤੀ ਹੈ। ਕਿ ਤੁਸੀਂ ਕਦੇ ਮੇਰੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ? ਉਲਟਾ ਤੁਸੀਂ ਮੇਰੇ ਦਿਲ ਨੂੰ ਤੋੜ ਕੇ ਰੱਖ ਦਿੱਤਾ, ਮੈਨੂੰ ਧੋਖਾ ਦਿੱਤਾ ਅਤੇ ਰਾਤ ਨੂੰ ਜੋ ਕੁਝ ਵੀ ਮੈਂ ਤੁਹਾਡੇ ਨਾਲ ਕੀਤਾ ਸੀ ਉਹ ਮੇਰਾ ਹੱਕ ਸੀ। ਤੁਸੀਂ ਪਤਨੀ ਹੋ ਮੇਰੀ ਇਸ ਗੱਲ ਤੇ ਉਸਨੇ ਆਪਣੀਆਂ ਅੱਖਾਂ ਝੁਕਾ ਲਈਆਂ। ਹੁਣ ਰਵੀਨਾ ਮੇਰੇ ਤੋਂ ਦੂਰ ਦੂਰ ਰਹਿਣ ਲੱਗੀ ਸੀ। ਸ਼ਾਇਦ ਉਹ ਮੇਰੇ ਨਾਲ ਨਾਰਾਜ਼ ਸੀ ਜਾਂ ਫਿਰ ਉਹ ਮੇਰੇ ਨਾਲ ਨਫ਼ਰਤ ਕਰਨ ਲੱਗੀ ਸੀ, ਪਰ ਮੇਰੇ ਦਿਲ ਦੇ ਵਿੱਚ ਉਸਦੇ ਲਈ ਪਿਆਰ ਘੱਟ ਨਹੀਂ ਹੋਇਆ ਸੀ। ਮੈਂ ਹਰ ਰਾਤ ਉਸਦੇ ਨੇੜੇ ਜਾਂਦਾ, ਉਸਦੇ ਨਾਲ ਸਮਾਂ ਬਿਤਾਉਂਦਾ, ਪਰ ਦਿਲ ਦੇ ਕਿਸੇ ਕੋਨੇ ਦੇ ਵਿੱਚ ਇਹ ਡਰ ਵੀ ਸੀ ਕਿ ਉਸ ਲੜਕੇ ਦੇ ਵਾਪਸ ਮੁੜਨ ਤੇ ਰਵੀਨਾ ਮੇਰੀ ਜ਼ਿੰਦਗੀ ਦੇ ਵਿੱਚ ਰਹਿ ਸਕੇਗੀ। ਮੈਨੂੰ ਡਰ ਸੀ ਕਿ ਕਿਤੇ ਉਹ ਮੈਨੂੰ ਛੱਡ ਨਾ ਦੇਵੇ। ਫਿਰ ਇੱਕ ਦਿਨ ਮੈਨੂੰ ਰਵੀਨਾ ਨੇ ਕਿਹਾ, ਅਰਮਾਨ, ਮੈਨੂੰ ਉਸ ਲੜਕੇ ਦਾ ਫੋਨ ਆਇਆ ਸੀ, ਉਹ ਕੱਲ ਇੰਡੀਆ ਆ ਰਿਹਾ ਹੈ, ਮੈਂ ਹੁਣ ਤੁਹਾਡੇ ਨਾਲ ਨਹੀਂ ਰਹਿ ਸਕਦੀ, ਮੈਨੂੰ ਤਲਾਕ ਦੇ ਦਿਓ। ਉਸ ਦੀ ਗੱਲ ਸੁਣ ਕੇ ਮੇਰਾ ਦਿਲ ਟੁੱਟ ਗਿਆ, ਪਰ ਫਿਰ ਵੀ ਮੈਂ ਹਿੰਮਤ ਕੀਤੀ ਅਤੇ ਵਕੀਲ ਦੇ ਨਾਲ ਗੱਲ ਕੀਤੀ। ਅਗਲੇ ਹੀ ਦਿਨ ਰਵੀਨਾ ਤਿਆਰ ਹੋ ਕੇ ਉਸ ਲੜਕੇ ਦੇ ਨਾਲ ਮਿਲਣ ਦੇ ਲਈ ਚਲੀ ਗਈ ਸੀ ਅਤੇ ਮੈਂ ਉਸ ਨੂੰ ਰੋਕ ਵੀ ਨਹੀਂ ਸਕਿਆ। ਜਦੋਂ ਉਹ ਵਾਪਸ ਆਈ ਤਾਂ ਉਸ ਦੀਆਂ ਅੱਖਾਂ ਲਾਲ ਸਨ, ਸ਼ਾਇਦ ਉਹ ਰੋਈ ਸੀ। ਉਹ ਚੁੱਪਚਾਪ ਕਮਰੇ ਦੇ ਵਿੱਚ ਚਲੀ ਗਈ। ਜਦੋਂ ਮੈਂ ਉਸਦੇ ਕੋਲ ਜਾ ਕੇ ਉਸਦੇ ਰੋਣ ਦੀ ਵਜ੍ਹਾ ਪੁੱਛੀ ਤਾਂ ਉਹ ਰੋਂਦੀ ਹੋਈ ਮੇਰੇ ਗੱਲ ਲੱਗ ਗਈ, ਕਹਿਣ ਲੱਗੀ, ਅਰਮਾਨ, ਉਸ ਲੜਕੇ ਨੇ ਮੈਨੂੰ ਧੋਖਾ ਦਿੱਤਾ, ਉਸਨੇ ਅਮਰੀਕਾ ਦੇ ਵਿੱਚ ਹੀ ਵਿਆਹ ਕਰ ਲਿਆ ਹੈ, ਪਰ ਹੁਣ ਉਹ ਇੱਥੇ ਇੰਡੀਆ ਦੇ ਵਿੱਚ ਵੀ ਵਿਆਹ ਕਰਨਾ ਚਾਹੁੰਦਾ ਹੈ। ਉਸਦੇ ਮਾਤਾ ਪਿਤਾ ਨੇ ਉਸ ਨੂੰ ਮਜਬੂਰ ਕੀਤਾ ਹੈ। ਹੁਣ ਉਹ ਆਪਣੇ ਪਰਿਵਾਰ ਨੂੰ ਮੇਰੇ ਰਿਸ਼ਤੇ ਦੇ ਲਈ ਭੇਜਣਾ ਚਾਹੁੰਦਾ ਹੈ। ਉਸ ਦੀ ਗੱਲ ਸੁਣ ਕੇ ਮੇਰਾ ਦਿਲ ਭਾਰੀ ਹੋ ਗਿਆ ਸੀ। ਰਵੀਨਾ ਨੇ ਮੇਰੇ ਵੱਲ ਦੇਖਿਆ ਅਤੇ ਕਿਹਾ, ਅਰਮਾਨ, ਪਲੀਜ਼ ਤੁਸੀਂ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰ ਲਓ। ਮੈਂ ਇੱਕ ਪਾਗਲ ਸੀ ਜੋ ਇੰਨੇ ਸਮੇਂ ਤੱਕ ਧੋਖੇਬਾਜ਼ ਇਨਸਾਨ ਦੇ ਵਿੱਚ ਪਿੱਛੇ ਭੱਜਦੀ ਰਹੀ, ਜਦੋਂ ਕਿ ਅਸਲੀ ਪਿਆਰ ਤਾਂ ਮੇਰੇ ਸਾਹਮਣੇ ਸੀ ਅਤੇ ਉਸ ਸਮੇਂ ਹੀ ਮੈਂ ਉਸ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ। ਮੈਂ ਤੁਹਾਨੂੰ ਕਦੇ ਵੀ ਇਕੱਲਾ ਨਹੀਂ ਛੱਡਾਂਗਾ, ਅਸੀਂ ਦੋਵੇਂ ਹਮੇਸ਼ਾ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਬਣ ਕੇ ਰਹਾਂਗੇ। ਉਸ ਦਿਨ ਮੇਰੇ ਚਿਹਰੇ ਤੇ ਇੱਕ ਸਕੂਨ ਭਰੀ ਮੁਸਕਾਨ ਸੀ, ਕਿਉਂਕਿ ਮੇਰੇ ਦਿਲ ਦੀਆਂ ਸਾਰੀਆਂ ਦੁਆਵਾਂ ਪੂਰੀਆਂ ਹੋ ਗਈਆਂ ਸਨ। ਤਾਂ ਦੋਸਤੋ, ਅੱਜ ਦੀ ਸਾਡੀ ਇਹ ਕਹਾਣੀ ਸੀ, ਤੁਹਾਨੂੰ ਇਹ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।